सुनੈ सत संतोख ज्ञान, सुनੈ 68 का इशनान। सुनੈ पढ़ पढ़ पावै मान, सुनੈ लागै सहज ध्यान। नानक भगतां सदा विगास, सुनੈ दुख पाप का नास। वाहिगुरू जी का खालसा, वाहिगुरू जी की फतेह। गुरु प्यारी साध संगत जी, जप बाणी की 10 नंबर पौड़ी का पाठ आपां बड़े प्यार नाल टिका विच बैठ के सरवण किया है। जिवें कि आपां 8, 9, 10 ਅਤੇ 11 नंबर पौड़ी बारे विचार पहलां कर चुके हैं कि इन्हां 4 पौड़ियां दे विच गुरुदेव पिता महाराज ने सुनन दी समझण दी विचार जिहड़ी है वो बहुत सुंदर लफ्ज़ां विच साडे सामने रखी है। गुरु नानक साहब सच्चे पातशाह महाराज 10 नंबर पौड़ी विच जो विचार बख्शिश करते हैं, नानक भगतां सदा विगास। हे नानक, ਜਿਹੜੇ ਭਗਤ ਜਨ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਸਦਾ ਹੀ ਵਿਗਾਸ, ਸਦਾ ਹੀ ਖੇੜਾ ਬਣਿਆ ਰਹਿੰਦਾ ਹੈ। ਕਿਉਂਕਿ ਵਿਗਾਸ ਇੱਕ ਇੱਦਾਂ ਦੀ ਚੀਜ਼ ਹੈ ਪਿਆਰਿਓ, ਜਿਹਨੂੰ ਅੱਜ ਦੁਨੀਆ ਤਰਸਦੀ ਹੈ। ਅੱਜ ਦੁਨੀਆ ਲੱਭਦੀ ਫਿਰਦੀ ਹੈ ਵੀ ਜਿੱਥੇ ਕੋਈ ਗਮ ਨਾ ਹੋਵੇ ਤੇ ਖੇੜਾ ਹੀ ਹੋਵੇ, ਜਿਹਦੇ ਬਾਰੇ ਭਗਤ ਰਵਿਦਾਸ ਜੀ ਨੇ ਵੀ ਬਾਣੀ 'ਚ ਲਿਖਿਆ, ਬੇਗਮਪੁਰਾ ਸ਼ਹਿਰ ਕੋ ਨਾਉ। ਉਹ ਸ਼ਹਿਰ ਜਿੱਥੇ ਕੋਈ ਗਮ ਨਹੀਂ, ਬੇਗਮ, ਬੇਗਮਪੁਰਾ ਸ਼ਹਿਰ ਕੋ ਨਾਉ। ਹੁਣ ਇਹ ਬੇਗਮਪੁਰਾ ਕੋਈ ਫਿਜ਼ੀਕਲ ਤੌਰ 'ਤੇ ਇਹਦਾ ਸਾਡੇ ਸਾਹਮਣੇ ਨਹੀਂ ਵੀ ਜਿੱਥੇ ਜਾ ਕੇ ਅਸੀਂ ਇੱਦਾਂ ਬਹਿ ਜਾਈਏ। ਬੇਗਮਪੁਰਾ ਉਸ ਅਵਸਥਾ ਦਾ ਨਾਂ ਹੈ ਜਿੱਦਾਂ ਜਦੋਂ ਅੱਗੇ ਜਾ ਕੇ ਆਪਾਂ 5 ਖੰਡਾਂ ਦਾ ਜ਼ਿਕਰ ਕਰਾਂਗੇ। 5 ਖੰਡ ਵੀ ਕੋਈ ਬਾਹਰ ਨਹੀਂ ਦਿਸਦੇ, 5 ਖੰਡ ਵੀ ਸਾਡੀ ਸੁਰਤ ਦਾ ਇੱਕ ਹਿੱਸਾ ਨੇ, ਇੱਕ ਪੜਾਅ ਨੇ ਜਿੱਥੇ ਅਸੀਂ ਆਪਣੀ ਜ਼ਿੰਦਗੀ ਨੂੰ ਬਹੁਤ ਸੋਹਣੇ ਤਰੀਕੇ ਨਾਲ ਜਿਉਂਦੇ ਹਾਂ, ਜਿੱਥੇ ਖੇੜਾ ਸਦਾ ਬਰਕਰਾਰ ਬਣਿਆ ਰਹਿੰਦਾ ਹੈ। ਗੁਰਦੇਵ ਪਿਤਾ ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਨੇ, ਨਾਨਕ ਭਗਤਾਂ ਸਦਾ ਵਿਗਾਸ। ਨਾਨਕ ਜਿਹੜੇ ਭਗਤ ਜਨ ਹੁੰਦੇ ਨੇ, ਹੇ ਨਾਨਕ ਜਿਹੜੇ ਭਗਤ ਜਨ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ ਸਦਾ ਹੀ ਵਿਗਾਸ ਖੇੜਾ ਬਣਿਆ ਰਹਿੰਦਾ ਹੈ। ਅਤੇ ਸੁਣਿਆ ਦੁੱਖ ਪਾਪ ਕਾ ਨਾਸ। ਉਸ ਮਾਲਕ ਦੇ ਨਾਮ ਨੂੰ, ਉਸ ਮਾਲਕ ਦੇ ਸੱਚ ਨੂੰ ਸਮਝਣ ਕਰਕੇ, ਸੁਣਨ ਕਰਕੇ ਮਨੁੱਖ ਦੀ ਜ਼ਿੰਦਗੀ 'ਚੋਂ ਦੁੱਖ ਅਤੇ ਪਾਪ ਨਾਸ ਹੋ ਜਾਂਦੇ ਹਨ। ਹੁਣ ਦੁੱਖ ਪਾਪ ਹੀ ਇੱਕ ਇੱਦਾਂ ਦੀ ਚੀਜ਼ ਹੈ ਜਿਹੜੀ ਮਨੁੱਖ ਨੂੰ ਜ਼ਿੰਦਗੀ 'ਚ ਖੁਸ਼ੀ ਨਹੀਂ ਆਉਣ ਦਿੰਦੀ, ਖੇੜਾ ਨਹੀਂ ਆਉਣ ਦਿੰਦੀ। ਕਈ ਵਾਰੀ ਬਾਹਰੀ ਤੌਰ 'ਤੇ ਮਨੁੱਖ ਦੇ ਕੋਲ ਸਾਰਾ ਧਨ ਪਦਾਰਥ ਹੁੰਦੇ ਨੇ, ਪੁੱਤਰ ਧੀ ਸਭ ਕੁਝ ਹੁੰਦੇ ਨੇ, ਪਰ ਜਿਹੜੇ ਅੰਦਰ ਕਿਲਵੇਖ ਨੇ ਨਾ, ਜਿਹੜੇ ਪਾਪ ਨੇ, ਇਹ ਮਨੁੱਖ ਨੂੰ ਬੇਚੈਨ ਆਵਾਜ਼ਾਰ ਕਰਦੇ ਨੇ। ਜਿਵੇਂ ਆਪਾਂ ਪਹਿਲਾਂ ਦੁੱਖ ਦੀ ਪਰਿਭਾਸ਼ਾ ਸਮਝ ਚੁੱਕੇ ਹਾਂ ਵੀ ਦੁੱਖ ਕਿੰਨੇ ਕਿਸਮ ਦੇ ਨੇ, ਫਿਰ ਆਪਾਂ ਪਾਪ ਬਾਰੇ ਵੀ ਸਮਝ ਚੁੱਕੇ ਵੀ ਪਾਪ ਕਿਸੇ ਜੀਵ ਦਾ ਮਰਨਾ ਪਾਪ ਨਹੀਂ ਹੈ। ਇੱਦਾਂ ਤਾਂ ਦੁਨੀਆ ਚੱਲ ਨਹੀਂ, ਇੱਦਾਂ ਤਾਂ ਅਸੀਂ ਸਵਾਸ ਨਹੀਂ ਲੈ ਸਕਦੇ, ਅਸੀਂ ਇੱਦਾਂ ਤਾਂ ਦਹੀਂ ਨਹੀਂ ਖਾ ਸਕਦੇ, ਦੁੱਧ ਨਹੀਂ ਪੀ ਸਕਦੇ, ਸਬਜ਼ੀਆਂ ਨਹੀਂ ਖਾ ਸਕਦੇ, ਆਪਾਂ ਸਮਾਜ ਚੱਲ ਹੀ ਨਹੀਂ ਸਕਦਾ ਇੱਦਾਂ। ਤੇ ਫਿਰ ਭਾਵੇਂ ਇਹਦੇ ਬਾਰੇ ਬਹੁਤ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ, ਇਹਨਾਂ ਵਿਸ਼ਿਆਂ 'ਤੇ ਬੜੀ ਚਰਚਾ ਹੋ ਚੁੱਕੀ ਹੈ। ਤਾਂ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ। ਗੁਰਦੇਵ ਪਿਤਾ ਮਹਾਰਾਜ ਇੱਥੇ ਪਾਪ ਦੀ ਗੱਲ ਕੀ, ਪਾਪ ਮਾੜੀ ਸੋਚ। ਜਿਵੇਂ ਆਪਾਂ 9 ਨੰਬਰ ਪੌੜੀ 'ਚ ਪਹਿਲਾਂ ਵਿਚਾਰ ਸਰਵਣ ਕਰ ਚੁੱਕੇ ਹਾਂ ਕਿ ਮਾੜੀ ਸੋਚ ਪਾਪ ਹੈ, ਜਿਹੜੀ ਜਿਸ ਮਾੜੀ ਸੋਚ ਨੇ ਪਤਾ ਨਹੀਂ ਕਿੰਨੇ ਸੰਸਾਰ 'ਤੇ ਨੁਕਸਾਨ ਕਰਤੇ ਨੇ। ਅਤੇ ਮਾੜੀ ਸੋਚ ਦਾ ਸੰਬੰਧ ਦੁਨਿਆਵੀ ਐਜੂਕੇਸ਼ਨ ਨਾਲ ਨਹੀਂ ਹੈ ਵੀ ਅਨਪੜ੍ਹਤਾ ਦੇ ਵਿੱਚ ਮਾੜੀ ਸੋਚ ਵੱਧ ਹੋਏਗੀ ਜਾਂ ਅਨਪੜ੍ਹ ਬੰਦਾ ਪਾਪ ਵੱਧ ਕਰੇਗਾ ਅਤੇ ਪੜ੍ਹਿਆ ਲਿਖਿਆ ਪਾਪ ਘੱਟ ਕਰੇਗਾ। ਕਿਉਂਕਿ ਜਦੋਂ ਸੋਚ ਮਾੜੀ ਹੈ, ਇਹ ਪੜ੍ਹੇ ਦੀ ਵੀ ਹੋ ਸਕਦੀ ਅਤੇ ਅਨਪੜ੍ਹ ਦੀ ਵੀ ਹੋ ਸਕਦੀ ਹੈ। ਇਹਦਾ ਸੰਬੰਧ ਦੁਨਿਆਵੀ ਐਜੂਕੇਸ਼ਨ ਨਾਲ ਬਿਲਕੁਲ ਨਹੀਂ ਹੈ। ਦੁਨਿਆਵੀ ਐਜੂਕੇਸ਼ਨ ਨਾਲ ਤੁਸੀਂ ਪੈਸਾ ਕਮਾ ਸਕਦੇ ਹੋ, ਬਹੁਤ ਦੁਨਿਆਵੀ ਸਹੂਲਤਾਂ ਦਾ ਆਨੰਦ ਮਾਣ ਸਕਦੇ ਹੋ, ਪਰ ਜਿਹੜੇ ਛਲ ਕਪਟ ਨੇ ਇਹ ਜ਼ਰੂਰੀ ਨਹੀਂ ਵੀ ਪੜ੍ਹੇ ਲਿਖੇ 'ਚ ਘੱਟ ਹੋਣ ਅਤੇ ਅਨਪੜ੍ਹ ਜ਼ਿਆਦਾ ਹੋਣ, ਜਾਂ ਅਨਪੜ੍ਹ 'ਚ ਘੱਟ ਹੋਣ ਅਤੇ ਪੜ੍ਹੇ ਲਿਖੇ ਜ਼ਿਆਦਾ ਹੋਣ। ਇਹਦਾ ਸੰਬੰਧ ਦੁਨਿਆਵੀ ਐਜੂਕੇਸ਼ਨ ਨਾਲ ਬਿਲਕੁਲ ਨਹੀਂ ਹੈ। ਤੋ ਗੁਰੂ ਸਾਹਿਬ ਜੀ ਇੱਥੇ ਜਿਹੜੀ ਬਖਸ਼ਿਸ਼ ਕਰ ਰਹੇ ਨੇ ਵੀ ਨਾਨਕ ਭਗਤਾਂ ਸਦਾ ਵਿਗਾਸ। ਹੇ ਨਾਨਕ ਆਖ, ਜਿਹੜੇ ਭਗਤ ਜਨ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ ਸਦਾ ਵਿਗਾਸ ਅਤੇ ਖੇੜਾ ਬਣਿਆ ਰਹਿੰਦਾ ਹੈ। ਸੁਣਿਆ ਦੁੱਖ ਪਾਪ ਕਾ ਨਾਸ। ਜਦੋਂ ਆਪਣੇ ਉਹ ਮਾਲਕ ਦੀ ਗੱਲ ਨੂੰ ਧਿਆਨ ਨਾਲ ਸੁਣਦੇ ਸਮਝਦੇ ਨੇ, ਦੁੱਖ ਅਤੇ ਪਾਪ ਉਹਨਾਂ ਦੀ ਜ਼ਿੰਦਗੀ 'ਚੋਂ ਨਾਸ਼ ਹੋ ਇੰਝ ਨਾਸ਼ ਹੁੰਦੇ ਨੇ ਜਿਵੇਂ ਰੌਸ਼ਨੀ ਦੇ ਅੱਗੇ ਹਨੇਰਾ ਗਾਇਬ ਹੋ ਜਾਂਦਾ ਹੈ। ਹੁਣ ਜਦੋਂ ਆਪਾਂ ਲਾਈਟ ਜਗਾਉਂਦੇ ਇੱਕਦਮ ਹਨੇਰਾ ਕਿੱਥੇ ਜਾਂਦਾ ਹੈ, ਹਨੇਰਾ ਅਲੋਪ ਹੋ ਜਾਂਦਾ ਹੈ। ਰੌਸ਼ਨੀ ਸਾਹਮਣੇ ਹਨੇਰੇ ਦੀ ਕੋਈ ਪਾਇਆ ਨਹੀਂ ਹੈ। ਐਸਾ ਨਹੀਂ ਵੀ ਹਨੇਰਾ ਕਿਤੇ ਬਾਹਰ ਚਲਾ ਗਿਆ, ਹਨੇਰਾ ਉੱਥੇ ਹੀ ਹੈ, ਪਰ ਰੌਸ਼ਨੀ ਦੇ ਸਾਹਮਣੇ ਉਹਦੀ ਕੀ ਪਾਇਆ। ਇੱਦਾਂ ਹੀ ਪਾਪ, ਇੱਦਾਂ ਦੀ ਮਾੜੀ ਸੋਚ ਇਰਦ ਗਿਰਦ ਮੰਡਰਾਉਣੀ ਰਹਿੰਦੀ ਹੈ, ਪਰ ਜਿਹਦੇ ਅੰਦਰ ਸੱਚ ਦਾ ਚਾਨਣ ਹੋ ਜਾਏ ਉਹਦੇ 'ਤੇ ਉਹ ਚੀਜ਼ਾਂ ਪ੍ਰਭਾਵ ਨਹੀਂ ਪਾ ਸਕਦੀਆਂ।
ਤਾਂ ਪਾਤਸ਼ਾਹ ਇੱਥੇ ਬਖਸ਼ਿਸ਼ ਕਹਿੰਦੇ ਸੁਣੇ ਸਤ ਸੰਤੋਖ ਗਿਆਨ, ਸਤ ਉੱਚਾ ਆਚਰਣ ਕਰੈਕਟਰ, ਸੰਤੋਖ, ਸੁਣੇ ਸਤ ਸੰਤੋਖ ਗਿਆਨ। ਹੁਣ ਇਸ ਚੀਜ਼ ਦੀ ਅਸਲੀਅਤ ਸਮਝ ਆ ਜਾਣੀ ਹੋਰ ਚੀਜ਼ ਹੈ। ਅਤੇ ਇਹਨਾਂ ਗੱਲਾਂ ਬਾਰੇ ਹੁਣ ਵੇਖੋ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਹੁੰਦਾ ਬੰਦਾ ਇਹਨੂੰ ਸੰਤੋਖ ਬਾਰੇ ਪਤਾ ਹੈ, ਸੰਤੋਖ 'ਤੇ ਲੈਕਚਰ ਕਰ ਸਕਦਾ ਹੈ, ਪਰ ਕੀ ਕਿਸੇ ਗੱਲ ਨੂੰ ਸਮਝ ਲੈਣਾ ਇਹ ਬਹੁਤ ਵੱਡੀ ਚੀਜ਼ ਹੈ? ਕਹਿੰਦੇ ਨਹੀਂ, ਸਮਝਣ ਤੋਂ ਬਾਅਦ ਅਗਲੀਆਂ ਜਿਹੜੀਆਂ ਪੌੜੀਆਂ ਆਉਣੀਆਂ ਨੇ ਉੱਤੇ ਮੰਨਣ ਦੀ ਗੱਲ ਆਉਂਦੀ ਹੈ। ਹੁਣ ਤੁਸੀਂ ਵੇਖਿਆ ਕਈ ਬੰਦੇ ਜਦੋਂ ਆਪਣੇ ਪੁੱਤਰਾਂ ਧੀਆਂ ਦੇ ਆਨੰਦ ਕਾਰਜ ਕਰਦੇ ਨੇ, ਡਾਇਰੈਕਟ ਇਨਡਾਇਰੈਕਟ ਉਹ ਦਾਜ ਮੰਗਦੇ ਵੀ ਨਹੀਂ ਅਤੇ ਲਾਲਸਾ ਵੀ ਹੁੰਦੀ ਹੈ, ਪਰ ਉੱਦਾਂ ਕਹਿਣਗੇ ਵੇਖੋ ਜੀ ਦੁਨੀਆ 'ਚੋਂ ਸਬਰ ਸੰਤੋਖ ਮੁੱਕ ਗਿਆ। ਇਹਦਾ ਮਤਲਬ ਐਸਾ ਉਹਨਾਂ ਨੂੰ ਸਬਰ ਸੰਤੋਖ ਦਾ ਪਤਾ ਹੈ, ਪਰ ਉਸ ਪਤੇ ਦਾ ਕੀ ਫਾਇਦਾ ਜਿਹੜਾ ਜ਼ਿੰਦਗੀ 'ਚ ਲਾਗੂ ਨਹੀਂ ਕੀਤਾ। ਕਰੈਕਟਰ ਬਾਰੇ ਕਿਹਨੂੰ ਨਹੀਂ ਪਤਾ? ਸੱਤ ਦੀਆਂ ਗੱਲਾਂ ਬੜੀਆਂ ਹੁੰਦੀਆਂ ਨੇ, ਉੱਚੇ ਆਚਰਣ ਦੀਆਂ ਗੱਲਾਂ ਘੰਟਿਆਂ ਬੱਧੀ ਕਰ ਸਕਦੇ ਨੇ, ਪਰਿਵਾਰਾਂ 'ਚ ਕਰਦੇ ਨੇ ਉੱਚੇ ਆਚਰਣ ਦੀਆਂ ਗੱਲਾਂ, ਪਰ ਇਕੱਲਾ ਪਤਾ ਹੋਣਾ ਹੀ ਬਹੁਤ ਵੱਡੀ ਚੀਜ਼ ਹੈ ਨਹੀਂ। ਕਿਸੇ ਚੀਜ਼ ਦੀ ਅਸਲੀਅਤ ਦਾ ਪਤਾ ਹੋਣਾ ਹੀ ਬਹੁਤ ਵੱਡੀ ਚੀਜ਼। ਜਿਵੇਂ ਹੁਣ ਆਪਾਂ ਗੱਲ ਪਹਿਲੀਆਂ ਪੌੜੀਆਂ 'ਚ ਕਰ ਰਹੇ ਵੀ ਈਸ਼ਰ ਬ੍ਰਹਮਾਇੰਦ ਬਾਰੇ ਪਤਾ ਲੱਗ ਗਿਆ, ਠੀਕ ਹੈ, ਇੰਨਾ ਬਹੁਤ ਹੈ। ਅਤੇ ਪਤਾ ਹੋਣ ਤੋਂ ਬਾਅਦ ਫਿਰ ਵੀ ਸ਼ਨੀਵਾਰ ਛੋਲਿਆਂ ਦਾ ਪ੍ਰਸ਼ਾਦ ਅਤੇ ਤੇਲ ਲੈ ਕੇ ਮੰਦਰਾਂ 'ਚ ਤੁਰਿਆ ਫਿਰੇ, ਉਹਦਾ ਕੀ ਫਾਇਦਾ? ਪਤਾ ਲੱਗ ਗਿਆ ਹੈ ਵੀ ਇਹਨਾਂ ਦੀ ਕੋਈ ਹਸਤੀ ਨਹੀਂ, ਕੋਈ ਪਾਇਆ ਨਹੀਂ, ਸਥਾਪਿਤ ਨਹੀਂ ਕੀਤਾ ਜਾ ਸਕਦਾ। ਕੀ ਤੁਸੀਂ ਮੰਨਦੇ ਨਹੀਂ? ਕਈਆਂ ਬੰਦਿਆਂ ਨੂੰ ਸਾਰਾ ਪਤਾ ਹੈ ਵੀ ਮੜੀਆਂ ਅਤੇ ਮੱਠੀਆਂ 'ਤੇ ਦੀਵੇ ਜਗਾਉਣੇ ਗਲਤ ਨੇ, ਸਮਝਿਆ, ਸੁਣਿਆ ਵੀ ਹੈ ਅਤੇ ਸਮਝਿਆ ਵੀ ਹੈ, ਪਰ ਫਿਰ ਵੀ ਨਹੀਂ ਸਰਦਾ ਉਹਨਾਂ ਦਾ ਦੀਵੇ ਜਗਾਉਣ ਤੋਂ ਬਿਨਾਂ। ਕਈਆਂ ਨੂੰ ਪਤਾ ਹੈ ਵੀ ਚੋਰੀ ਮਾੜੀ ਚੀਜ਼ ਹੈ, ਨਸ਼ਿਆਂ ਬਾਰੇ ਨਹੀਂ ਪਤਾ ਕਈਆਂ ਨੂੰ। ਕਈਆਂ ਦੇ ਨਸ਼ੇ ਪੀ ਕੇ ਗੁਰਦੇ ਖਰਾਬ ਹੋ ਗਏ, ਉਹਨਾਂ ਦੀ ਵਾਈਫ ਨੂੰ ਗੁਰਦਾ ਦੇਣਾ ਪਿਆ, ਉਹਦੀ ਮਾਂ ਨੂੰ ਗੁਰਦਾ ਦੇਣਾ ਪਿਆ, ਪਤਾ ਹੈ ਨਾ, ਸਮਝਿਆ ਨਾ, ਪਰ ਉਸ ਸਮਝ ਦਾ ਕੀ ਫਾਇਦਾ ਜਿਹੜਾ ਲਾਗੂ ਹੀ ਨਹੀਂ ਕੀਤਾ। ਫਿਰ ਨਸ਼ੇ, ਫਿਰ ਉਹ ਉੱਥੇ ਫਿਰ ਗੱਲ ਆ ਗਈ, ਜਿਹੜੀ ਚੀਜ਼ ਤੋਂ ਰੁਕਿਆ ਸੀ, ਜਿਹੜੀ ਚੀਜ਼ ਦਾ ਨੁਕਸਾਨ ਦਾ ਕਾਰਨ ਬਣੀ ਸੀ, ਉਹ ਕੰਮ ਜ਼ਿੰਦਗੀ 'ਚ ਫਿਰ ਨਹੀਂ ਗਿਆ। ਤਾਂ ਪਾਤਸ਼ਾਹ ਇੱਥੇ ਕਦੇ ਸੁਣਿਆ ਸੱਤ। ਆਪਾਂ ਰੋਜ਼ ਅਖਬਾਰਾਂ ਨਹੀਂ ਪੜ੍ਹਦੇ, ਫਲਾਣੇ ਥਾਂ 'ਤੇ ਆਹ ਹੋ ਗਿਆ, ਰੋਜ਼ ਪੇਪਰ ਵਿੱਚ ਕੋਈ ਨਾ ਕੋਈ ਨਿਊਜ਼ ਇੱਦਾਂ ਦੀ ਆਉਂਦੀ ਹੈ। ਫਲਾਣੇ ਥਾਂ 'ਤੇ ਇੱਕ ਔਰਤ ਨੇ ਆਪਣੇ ਬੱਚਿਆਂ ਨੂੰ ਜ਼ਹਿਰ ਦੇਤਾ, ਫਲਾਣੇ ਥਾਂ 'ਤੇ ਉਹਨੇ ਆਪਣੇ ਪਤੀ ਨੂੰ ਮਾਰਤਾ, ਫਲਾਣੇ ਥਾਂ 'ਤੇ ਇੱਕ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਪਤਾ ਹੈ ਸਾਰਾ ਵੀ ਇਹ ਕਾਹਦੇ ਕਰਕੇ ਹੋਇਆ? ਕਿਤੇ ਨਾ ਕਿਤੇ ਕੂਣਤਾਈ ਸੀ, ਕਿਤੇ ਨਾ ਕਿਤੇ ਕਾਂ ਵਾਸ਼ਨਾਵਾਂ ਸਿਰ 'ਤੇ ਸਵਾਰ ਸਨ, ਉਹਨਾਂ ਕਰਕੇ ਇਹ ਕਦਮ ਪੁੱਟਿਆ ਗਿਆ। ਅਸਲੀਅਤ ਦੀ ਸਮਝ, ਸੱਤ ਸੰਤੋਖ ਗਿਆਨ ਦਾ ਪਤਾ ਹੋਣਾ ਹੋਰ ਚੀਜ਼ ਹੈ, ਪਰ ਪਤਾ ਹੋਣ ਤੋਂ ਬਾਅਦ ਉਹਨੂੰ ਜ਼ਿੰਦਗੀ 'ਚ ਲਾਗੂ ਕਰਨਾ ਇਹ ਬਿਲਕੁਲ ਡਿਫਰੈਂਟ ਹੈ, ਅਲੱਗ ਹੈ। ਇਹ ਦੋਵੇਂ ਚੀਜ਼ਾਂ ਅਲੱਗ-ਅਲੱਗ ਨੇ। ਚੋਰੀ ਕਰਨੀ ਮਾੜੀ ਹੈ, ਪਤਾ ਹੈ, ਅਸਲੀਅਤ ਦਾ ਪਤਾ ਹੈ, ਪਰ ਇਹ ਤੋਂ ਬਾਅਦ ਚੋਰੀ ਜ਼ਿੰਦਗੀ 'ਚੋਂ ਛੱਡਣੀ ਇਹ ਹੈ ਉਸ। ਮੈਂ ਕਈ ਵਾਰੀ ਕਿਹਾ, ਉਹ ਹੁਣ ਤੁਸੀਂ ਕਿਸੇ ਕਿਤਾਬ ਨੂੰ ਪੜ੍ਹ ਰਹੇ ਜੇ, ਉਹ ਚੀਜ਼ ਤੁਹਾਡੀ ਜੀਵਨ ਦਾ ਹਿੱਸਾ ਕਿੱਦਾਂ ਬਣਨੀ। ਜਿਵੇਂ ਕਈਆਂ ਧੀਆਂ ਨੇ ਆਪਣੀ ਮਾਂ ਕੋਲੋਂ ਚੰਗੀ ਤਰ੍ਹਾਂ ਸਬਜ਼ੀ ਬਣਾਉਣੀ ਸਿੱਖੀ ਨਹੀਂ ਹੁੰਦੀ, ਧਿਆਨ ਨਾਲ ਸੁਣਿਓ ਗੱਲ ਨੂੰ। ਕਈਆਂ ਧੀਆਂ ਨੇ ਆਪਣੀ ਮਾਂ ਕੋਲੋਂ ਚੰਗੀ ਤਰ੍ਹਾਂ ਐਜੂਕੇਸ਼ਨ ਦਾ ਯੁੱਗ, ਪੜ੍ਹਾਈ ਵਿੱਚ ਪਹਿਲਾਂ ਘਰ ਪੜ੍ਹੀਆਂ, ਫਿਰ ਹੋਸਟਲ ਚਲੇ ਗਈਆਂ, ਨਹੀਂ ਟਾਈਮ ਲੱਗਾ, ਨਹੀਂ ਸਿੱਖ ਪਾਈਆਂ। ਉਹ ਫਿਰ ਜਦੋਂ ਯੂਟਿਊਬ ਤੋਂ ਕੱਢ ਕੇ ਇੱਦਾਂ ਕੋਈ ਰੈਸਪੀ, ਕੋਈ ਖਾਣਾ ਤਿਆਰ ਕਰਦੀਆਂ ਨੇ, ਉਹ ਉਦੋਂ ਤੱਕ ਯੂਟਿਊਬ ਦਾ ਉਹ ਗਿਆਨ ਹੈ ਤੁਹਾਡਾ ਨਹੀਂ, ਜਦੋਂ ਤੱਕ ਤੁਸੀਂ ਉਹਨੂੰ ਆਪਣੀ ਜ਼ਿੰਦਗੀ 'ਚ ਨਹੀਂ ਆਪ ਨਹੀਂ ਬਣਾ ਕੇ ਵੇਖਿਆ। ਜਦੋਂ ਉਹ ਆਪ ਆਪਣੇ ਹੱਥੀਂ ਇੱਕ ਦੋ ਵਾਰੀ ਚੀਜ਼ ਬਣਾਉਂਦੇ ਨੇ, ਫਿਰ ਥੋੜ੍ਹਾ ਵੇਖਣ ਦੀ ਲੋੜ ਪੈਂਦੀ ਉਹਨਾਂ ਨੂੰ। ਤੁਸੀਂ ਵੇਖੋ ਜਿਹੜੀਆਂ ਭੈਣਾਂ ਜਦੋਂ ਚਾਹ ਬਣਾਉਂਦੀਆਂ ਨੇ, ਜਿਹੜੀਆਂ ਭੈਣਾਂ ਜਦੋਂ ਸਬਜ਼ੀ ਬਣਾਉਂਦੀਆਂ ਨੇ, ਜਦੋਂ ਉਹ ਕਿਸੇ ਸਬਜ਼ੀ ਵਿੱਚ ਮਿਰਚ ਮਸਾਲਾ ਪਾਉਂਦੀਆਂ ਨੇ, ਉਹਨਾਂ ਨੂੰ ਮਿਣਨ ਦੀ ਲੋੜ ਵੀ ਨਹੀਂ ਪੈਂਦੀ। ਇੱਦਾਂ ਤਜਰਬੇ ਨਾਲ ਪਤਾ ਵੀ ਇੰਨਿਆਂ ਬੰਦਿਆਂ ਦਾ ਖਾਣਾ, ਇੰਨਾ ਨਮਕ ਪੈਣਾ, ਇੰਨੀ ਹਲਦੀ ਪੈਣੀ ਹੈ, ਲਾਗੇ ਬੈਠਾ ਹੈਰਾਨ ਹੋ ਜਾਂਦਾ ਇਹ ਕਿੱਦਾਂ? ਕਿਉਂਕਿ ਹੁਣ ਉਹ ਗਿਆਨ ਉਹਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ। ਕਈ ਤੁਸੀਂ ਕਿਤਾਬਾਂ ਇੱਦਾਂ ਦੀਆਂ ਮਿਲ ਜਾਂਦੀਆਂ, ਰਸੋਈ ਤੁਸੀਂ ਕਿਹੜਾ ਪਕਵਾਨ ਕਿੱਦਾਂ ਤਿਆਰ ਕਰਨਾ, ਕਿੰਨਾ ਉਹ 'ਚ ਪਿਆਜ਼ ਪੈਣਾ ਹੈ, ਕਿੰਨਾ ਵਿੱਚ ਤੁਸੀਂ ਲਸਣ ਪੈਣਾ ਹੈ, ਕਿੰਨਾ ਤੁਸੀਂ ਤੇਲ ਪਾਉਣਾ ਹੈ, ਕਿੱਦਾਂ ਤੜਕਾ ਲਾਉਣਾ ਹੈ। ਉਹ ਚੀਜ਼ ਉਦੋਂ ਆਪਣੀ ਬਣਨੀ ਜਦੋਂ ਖੁਦ ਆਪ ਕੀਤਾ ਹੈ। ਆਪ 2-3 ਵਾਰੀ ਤੁਸੀਂ ਕਰਕੇ ਵੇਖ ਲਿਆ, ਤੁਹਾਨੂੰ ਤਜਰਬਾ ਹੋ ਜਾਣਾ ਹੈ। ਇਕੱਲੀ ਕਿਸੇ ਸੱਤ ਸੰਤੋਖ ਗਿਆਨ ਇਹਨਾਂ ਗੱਲਾਂ ਬਾਰੇ ਪਤਾ ਲੱਗਣਾ ਬਹੁਤ ਵੱਡੀ ਗੱਲ ਹੈ ਨਹੀਂ। ਇਹਦੀ ਅਸਲੀਅਤ ਸਮਝ ਆਉਣੀ ਹੋਰ ਚੀਜ਼ ਹੈ, ਪਰ ਅਸਲੀਅਤ ਸਮਝ ਆਉਣ ਤੋਂ ਬਾਅਦ ਜ਼ਿੰਦਗੀ 'ਚ ਲਾਗੂ ਕਰਨਾ, ਤਾਂ ਹੀ ਬਾਣੀ 'ਚ ਆਖਿਆ ਸੀ ਨਾ, ਜਿਹੜਾ ਬੰਦਾ ਗੱਲ ਮੰਨਦਾ ਹੈ ਉਹ ਹੈ ਅਸਲ ਵਿੱਚ। ਸੁਣੇ ਸੱਤ ਸੰਤੋਖ ਗਿਆਨ, ਸੁਣੇ 860 ਕਾ ਇਸ਼ਨਾਨ। ਇੱਥੇ 8 60 60 ਅਤੇ 8 68, ਇਹ ਭਾਰਤ ਦੇਸ਼ ਵਿੱਚ 68 ਤੀਰਥ ਮੰਨੇ ਗਏ ਨੇ, ਅਤੇ 68 ਤੀਰਥਾਂ ਦੇ ਇਸ਼ਨਾਨ ਦਾ ਪੁੰਨ ਬੜਾ ਮੰਨਿਆ ਗਿਆ ਹੈ। ਉੱਥੇ ਕੀਤੇ ਹੋਏ ਦਾਨ ਦੀ ਬੜੀ ਮਹੱਤਤਾ ਮੰਨੀ ਗਈ ਹੈ। ਉਹ ਠੀਕ ਹੈ, ਉਹ 68 ਤੀਰਥਾਂ ਦੇ ਨਾਲ ਸਾਡੇ ਵੀ ਇਹ ਗੁਰਦੁਆਰਿਆਂ ਨਾਲ ਐਸੀਆਂ ਚੀਜ਼ਾਂ ਜੁੜ ਗਈਆਂ ਨੇ ਬਈ ਇੱਥੇ ਇਸ਼ਨਾਨ ਕਰੋ, ਆਹ ਮਿਲਦਾ। ਪਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹ ਕੇ ਵੇਖੋ, ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਬੜੇ ਪਿਆਰੇ ਸ਼ਬਦਾਂ ਵਿੱਚ ਇਹ ਗੱਲ ਕਹੀ ਹੈ
ਕਿ ਹਰ ਚਰਨ ਹਿਰਦੇ ਵਸਾਏ ਤੂੰ। ਹਰ ਚਰਨ, ਹੁਣ ਹਰੀ ਕੌਣ ਹੈ? ਰੱਬ, ਪਰਮਾਤਮਾ। ਉਹਦੇ ਚਰਨ ਕਿਹੜੇ ਆ? ਜਿਹੜਾ ਪਰਮਾਤਮਾ ਹੈ ਹੀ ਨਿਰਾਕਾਰ ਹੈ, ਉਹਦੇ ਚਰਨ ਕਿਹੜੇ ਹੋਣਗੇ ਫਿਰ? ਹਰ ਚਰਨ, ਰੱਬ ਦੇ ਚਰਨ ਕਿਹੜੇ ਨੇ? ਕਈ ਲੱਭਦੇ ਫਿਰਦੇ ਚਰਨ। ਆਹ ਸਿੱਖ ਰਹਿਤ ਮਰਿਆਦਾ ਵਿੱਚ ਨਾ ਲਿਖਿਆ ਵੀ ਜਦੋਂ ਸੰਗਤ ਗੁਰਦੁਆਰੇ ਆਵੇ ਤਾਂ ਉੱਥੇ ਮੁੱਠੀਆਂ ਭਰਨੀਆਂ ਮਨਮਤ ਨੇ। ਉਹ ਇਹ ਸ਼ਬਦ ਪਤਾ ਕਿਉਂ ਲਿਖਿਆ? ਕਿਉਂਕਿ ਜਿਹੜੇ ਪੀੜੇ 'ਤੇ ਗੁਰੂ ਅੰਸ਼ ਦਾ ਪ੍ਰਕਾਸ਼ ਕੀਤਾ ਹੁੰਦਾ ਨਾ, ਉਹ ਪੀੜੇ ਦੇ ਚਾਰ ਪਾਵੇ। ਅਤੇ ਕਈ ਬੀਬੀਆਂ ਇੱਦਾਂ ਮਹਾਰਾਜ ਦੇ ਪੀੜੇ ਨੂੰ ਇੱਦਾਂ ਮੁੱਠੀਆਂ ਭਰਦੀਆਂ ਨੇ। ਉਹਨਾਂ ਦੇ ਦਿਮਾਗ 'ਚ ਪਤਾ ਕੀ ਵਹਿਮ ਹੈ ਕਿ ਮਹਾਰਾਜ ਦੇ ਚਰਨ ਨੇ ਅਤੇ ਅਸੀਂ ਇੱਦਾਂ ਘੁੱਟਦੀਆਂ ਅਤੇ ਮਹਾਰਾਜ ਨੂੰ ਇੱਦਾਂ ਥੋੜ੍ਹੀ ਜਿਹੀ ਮਤਲਬ ਉਹਨਾਂ ਥਕਾਨ ਦੂਰ ਹੁੰਦੀ ਆ। ਹੁਣ ਜੇ ਉਹਨਾਂ ਨੂੰ ਸਵਾਲ ਪੁੱਛੇ ਵੀ ਬੰਦੇ ਦੇ ਪੈਰ 'ਤੇ ਦੋ ਹੁੰਦੇ, ਉਹ ਪਾਵੇ 'ਤੇ ਚਾਰ ਵਾ, ਜੇ ਉਹਨਾਂ ਨੂੰ ਅੱਗੇ ਸਵਾਲ ਕਰ ਦਈਏ ਫਿਰ ਜਵਾਬ ਕੋਈ ਨਹੀਂ। ਤਾਂ ਸਿੱਖ ਰਹਿਤ ਮਰਿਆਦਾ ਲਿਖਿਆ ਸੀ ਵੀ ਮੁੱਠੀਆਂ ਭਰਨੀਆਂ ਮਨ ਮਤ ਨੇ। ਸਿੱਖ ਰਹਿਤ ਮਰਿਆਦਾ ਵਿੱਚੋਂ ਪੜ੍ਹ ਕੇ ਵੇਖ ਲਿਓ। ਜੇ ਉਹਨਾਂ ਨੂੰ ਕੋਈ ਇਹ ਕਹਿ ਦੇ ਵੀ ਇੱਥੇ ਜੋ ਮੁੱਠੀਆਂ ਭਰਦੇ, ਜੇ ਘਰ ਜਾ ਕੇ ਜੇ ਸੱਸ ਨੂੰ ਟਾਈਫਾਈਡ ਹੋਇਆ 10 ਮਿੰਟ ਉਸੇ ਲੱਤਾਂ ਦਬਾ ਦਿਓ। ਜੇ ਘਰ 'ਚ ਕੋਈ ਤਾਇਆ ਚਾਚਾ ਬਿਮਾਰ ਹੈ, ਉਹਦੀ ਸੇਵਾ ਕਰ ਦਿਓ। ਜਿਹਨੂੰ ਸੱਚੀ ਜ਼ਰੂਰਤ ਆ, ਕਈ ਵਾਰੀ ਬੰਦੇ ਨੂੰ ਬੁਖਾਰ ਹੋਇਆ ਹੋਵੇ ਨਾ, ਕਈ ਵਾਰੀ ਕੋਈ ਤਾਇਆ ਚਾਚਾ ਵੱਡਾ ਭਰਾ ਜਿਹਨੂੰ ਸੱਚੀ ਜ਼ਰੂਰਤ ਆ ਵੀ ਕੋਈ ਉਹਦੀ ਲੱਤ ਬਾਂਹ ਨੂੰ ਕੋਈ ਸਾਫ਼ ਕਰ ਦੇ, ਕੋਈ ਮਾਲਿਸ਼ ਕਰ ਦੇ, ਕੋਈ ਉਹਦਾ ਸਿਰ ਦਬਾ ਦੇਵੇ, ਜਿਹਨੂੰ ਜ਼ਰੂਰਤ ਵਾ। ਕਈ ਵਾਰੀ ਰੋਗੀ ਨੂੰ ਸੱਚੀ ਜ਼ਰੂਰਤ ਹੁੰਦੀ ਆ। ਅੱਛਾ, ਉੱਥੇ ਨਹੀਂ ਕਰਨਾ ਅਤੇ ਗੁਰਦੁਆਰੇ ਆਣ ਕੇ ਲੱਗੇ ਝਾੜੂ 'ਤੇ ਝਾੜੂ ਮਾਰੀ ਜਾਣਾ। ਜਿੱਥੇ ਪਹਿਲਾਂ ਹੀ ਚਾਰ ਬੀਬੀਆਂ ਝਾੜੂ ਫੇਰ ਗਈਆਂ, ਉੱਥੇ ਸਫਾਈ ਕਰ ਦੇਣੀ ਆ। ਕਈ ਤੁਸੀਂ ਵੇਖਿਆ, ਮੈਂ ਕਈ ਬੀਬੀਆਂ ਵੇਖੀਆਂ ਗੁਰਦੁਆਰੇ, ਜਿੱਥੇ ਪਹਿਲਾਂ ਇੱਕ ਬੀਬੀ ਝਾੜੂ ਫੇਰ ਗਈ, ਦੂਜੀ ਵੀ ਉੱਥੇ ਝਾੜੂ, ਤੀਜੀ ਵੀ ਉੱਥੇ। 15 ਬੀਬੀਆਂ ਇੱਕੇ ਜਗ੍ਹਾ 'ਤੇ ਝਾੜੂ ਫੇਰ ਜਾਂਦੀਆਂ। ਅੱਛਾ, ਜੇ ਉਹਨਾਂ ਨੂੰ ਪੁੱਛੋ ਵੀ ਤੁਸੀਂ ਅੱਜ ਘਰ ਸਫਾਈ ਨਹੀਂ ਕੀਤੀ, ਕੰਮ ਵਾਲੀ ਨਹੀਂ ਆਈ। ਅੱਛਾ, ਕੰਮ ਵਾਲੀ ਨਹੀਂ ਆਈ ਤਾਂ ਕਰਕੇ ਨਹੀਂ ਫੇਰਿਆ। ਅੱਛਾ, ਜਿਹੜੀ ਸਫਾਈ ਤੁਸੀਂ ਉੱਥੇ ਗੁਰਦੁਆਰੇ ਕਰ ਰਹੇ ਸੀ, ਉੱਥੇ ਤਾਂ ਇੱਕ ਬੀਬੀ ਕਰ ਗਈ, ਘਰ ਕਰ ਲਓ ਹਾਂ। ਚੱਲ ਹੀ ਰਿਹਾ ਨਾ ਹੁਣ ਸੰਸਾਰ। ਕਰੋਨਾ ਵਾਇਰਸ ਕਰਕੇ ਤੁਸੀਂ ਵੇਖੋ ਘਰਾਂ 'ਚ ਆਪਣੇ ਕੰਮ ਆਪੇ ਕਰੀ ਜਾਂਦੇ ਨਾ। ਇਹਦਾ ਮਤਲਬ ਕਰ ਅਸੀਂ ਸਾਰਾ ਕੁਝ ਸਕਦੇ ਹਾਂ। ਹੱਡ ਹਰਾਮੀ ਹੋ ਗਈ ਆ। ਸਾਨੂੰ ਲੱਗਦਾ ਵੀ ਨਹੀਂ, ਕੰਮ ਛੱਡ ਬੈਠੇ ਅਸੀਂ, ਕੰਮ ਛੱਡ ਬੈਠੇ। ਜਦੋਂ ਤੁਸੀਂ ਆਪਣੇ ਨਿੱਕੇ ਨਿੱਕੇ ਘਰ ਦੇ ਕੰਮ ਕਰਨੇ ਸ਼ੁਰੂ ਕਰੋ ਤਾਂ ਰੋਟੀ ਵੀ ਹਜਮ ਹੁੰਦੀ। ਫਿਰ ਬੰਦਾ ਥੋੜ੍ਹਾ ਜਿਹਾ ਇੱਦਾਂ ਰੋਟੀ ਖਾ ਕੇ ਨਾ, ਇੱਦਾਂ ਕੰਮ ਕਰਕੇ ਰੋਟੀ ਖਾਣ ਜੋਗਾ ਵੀ ਹੋ ਜਾਂਦਾ। ਪਰ ਸਾਨੂੰ ਆਦਤ ਪੈ ਗਈ। ਤੁਸੀਂ ਵੇਖੋ ਵੀ ਮੈਂ ਗੁਰਦੁਆਰੇ ਦੂਜੇ ਦੇ ਹੱਥੋਂ ਥਾਲੀਆਂ ਫੜ ਕੇ ਮਾਂਜਣੀਆਂ ਵਾ, ਅਤੇ ਆਪਣੀ ਥਾਲੀ ਕਈ ਵਾਰੀ ਚੁੱਕਦਾ ਵੀ ਨਹੀਂ ਬੰਦਾ ਉੱਥੋਂ ਟੇਬਲ ਤੋਂ, ਉੱਥੇ ਪਈ ਆ। ਮਾਂ ਚੁੱਕੇ ਆਣ ਕੇ, ਘਰ ਵਾਲੀ ਚੁੱਕੇ, ਭੈਣ ਚੁੱਕੇ ਆਣ ਕੇ। ਅੱਛਾ, ਗੁਰਦੁਆਰੇ ਦੂਜਿਆਂ ਦੀਆਂ ਥਾਲੀਆਂ ਮਾਂਜਦਾ, ਦੂਜਿਆਂ ਦੇ ਕੋਲੋਂ ਥਾਲੀਆਂ ਫੜ ਕੇ ਧੋਂਦਾ। ਗੁਰੂ ਸਾਹਿਬ ਜੀ ਕਹਿੰਦੇ ਨੇ ਹਰ ਚਰਨ ਹਿਰਦੇ ਵਸਾਏ ਤੂੰ। ਹਰੀ ਦੇ ਚਰਨ ਕੀ ਇੱਥੇ ਭਲਾ? ਹੁਣ ਹਰੀ, ਜਦੋਂ ਆਪਾਂ ਰੱਬ ਦੀ ਗੱਲ ਆਪਾਂ ਪੜ੍ਹ ਚੁੱਕੇ ਹਾਂ ਵੀ ਉਹ ਰੂਪ ਨਾ ਰੇਖ ਨਾ ਰੰਗ ਕਿਛ, ਤੇ ਗੁਣ ਤੇ ਪ੍ਰਭ ਪਿੰਨ। ਹਰੀ ਦੇ ਚਰਨ ਉਹਦੀ ਸਿੱਖਿਆ ਜਿਹੜੀ ਸਾਨੂੰ ਗੁਰੂ ਨੇ ਸਿੱਖਿਆ ਦਿੱਤੀ ਹੈ ਨਾ, ਇਹੀ ਸਾਡੇ ਰੱਬ ਦੇ ਚਰਨ ਆ। ਜਿਹੜੀ ਮੈਂ ਗੁਰੂ ਦੇ ਸਿੱਖਿਆ ਰੂਪੀ ਚਰਨ ਆਪਣੇ ਹਿਰਦੇ 'ਚ ਵਸਾਉਣੇ। ਜਨ ਕੇ ਚਰਨ ਵਸੈ ਮੇਰੇ ਹੀ ਹਰੈ, ਸੰਗ ਪੁਨੀਤਾ ਦੇਹੀ। ਜਦੋਂ ਆਪਾਂ ਗੁਰਦੇਵ ਦੀ ਬਾਣੀ ਪੜ੍ਹਦੇ ਹਾਂ ਨਾ, ਹਿਰਦੇ ਚਰਨ ਕਿਹੜੇ? ਸ਼ਬਦ ਸਤਿਗੁਰ ਕੋ। ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਆ, ਜਿਹੜੇ ਮੈਂ ਆਪਣੇ ਹਿਰਦੇ 'ਚ ਵਸਾਉਣੇ ਆ। ਜਦੋਂ ਬਾਣੀ 'ਚ ਆਖਿਆ ਨਾ ਚਰਨ ਸਾਧ ਕੇ ਧੋਏ ਪੀਓ। ਹੁਣ ਸਾਧ ਗੁਰੂ ਦੇ ਚਰਨ ਧੋ ਕੇ ਪੀਣ ਦਾ ਅਰਥ ਕੀ ਆ? ਹੁਣ ਆਪਾਂ ਚਰਨ ਧੋ ਕੇ ਪੀ ਰਹੇ ਹਾਂ ਆਪਣੇ। ਜਪ ਬਾਣੀ ਆਪਣੇ ਗੁਰੂ ਦੇ, ਆਪਣੇ ਪਰਮੇਸ਼ਰ ਦੇ ਗਿਆਨ ਰੂਪੀ ਚਰਨ, ਜਿਹੜੇ ਮੈਂ ਜਦੋਂ ਮੇਰੇ ਕੰਨਾਂ 'ਚ ਜਾਣਗੇ, ਜੇ ਕਿਤੇ ਇੱਕ ਅੱਧੀ ਗੱਲ ਟਿਕਾਣੇ ਵੱਜ ਗਈ ਅਤੇ ਮੈਂ ਆਪਣੀ ਮਾੜੀ ਆਦਤ ਛੱਡ ਦਿੱਤੀ, ਸਮਝ ਲਓ ਮੇਰੇ ਅੰਦਰ ਦੀ ਮੈਲ ਲਹਿ ਗਈ। ਜਿਵੇਂ ਆਪਾਂ ਪਾਣੀ ਨਾਲ ਤਨ ਦੀ ਮੈਲ ਲਾਉਂਦੇ ਹਾਂ, ਗੁਰੂ ਦੀ ਸਿੱਖਿਆ ਨੇ ਮੇਰੇ ਮਨ ਦੀ ਮੈਲ ਲਾਹ ਦੇਣੀ ਆ। ਚਰਨ ਸਾਧ ਕੇ। ਪਰ ਹੁਣ ਆਹ ਤੁਕਾਂ ਤੇ ਅਗਲੇ, ਜਦੋਂ ਇਹ ਤੁਕਾਂ ਕਿਸੇ ਸਾਧ ਦੇ ਡੇਰੇ 'ਚ ਕੋਈ ਪ੍ਰਚਾਰਕ ਜਾ ਕੇ ਪੜ੍ਹਦਾ, ਜਿਹਨੂੰ ਅਗਲੇ ਮੋਟਾ ਲਿਫਾਫਾ ਦਿੰਦੇ, ਉਹ ਫਿਰ ਇੱਦਾਂ ਕਿ ਚਰਨ ਸਾਧ ਕੇ ਧੋਏ ਪੀਓ। ਉਹ ਫਿਰ ਸਾਧ ਲੱਭਦੀਆਂ ਬੀਬੀਆਂ ਵੀ ਚਰਨ ਧੋ ਕੇ ਪੀਏ। ਫਿਰ ਭੁੱਸ ਬੜਾ ਗੰਦਾ ਨਾ ਕਈਆਂ ਨੂੰ, ਜਦੋਂ ਬਾਬਿਆਂ ਵੇਲੇ ਦਾ ਭੁੱਸ ਪਿਆ, ਫਿਰ ਉਹ ਕੰਮ ਆਪਣਾ ਆਪ ਕਰ ਹੀ ਨਹੀਂ ਸਕਦੇ। ਫਿਰ ਉਹ ਤੇ ਗੱਡੀ ਦੀ ਬਾਰੀ ਵੀ ਕੋਈ ਖੋਲ੍ਹਦਾ, ਜਦੋਂ ਗੱਡੀ 'ਚ ਬਹਿੰਦੇ ਫਿਰ ਥੱਲੇ ਤੌਲੀਆ ਰੱਖਦੇ, ਤਾਂ ਕਿ ਵਿਸ਼ੇਸ਼ਤਾ ਬਣੀ ਰਹੇ। ਇਹਦਾ ਵਿਸ਼ੇਸ਼ਤਾ ਲੋਕਾਂ 'ਚ ਪਤਾ ਲੱਗੇ ਵੀ ਜੇ ਸਾਡੇ ਵਰਗਾ ਹੀ ਹੈ ਫਿਰ ਤਾਂ ਪਛਾਣਿਆ ਜਾਣਾ ਉਸੇ ਵੇਲੇ। ਮੈਂ ਕਈ ਵਾਰੀ ਦਲੀਲ ਦਿੱਤੀ ਵੀ ਜਦੋਂ ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪਹਿਲੀ ਵਾਰ ਕਰਤਾਰਪੁਰ ਮਿਲਣ ਗਏ ਹੋਣਗੇ, ਸੋਚੋ ਭਲਾ ਇੱਕ ਵਾਰ, ਜਦੋਂ ਸਿੱਖ ਦੇ ਕੋਲੋਂ ਬਾਣੀ ਸੁਣ ਕੇ ਪਤਾ ਲੱਗਾ ਵੀ ਜੇ ਬਾਣੀ ਜਿਸ ਗੁਰੂ ਦੀ ਆ, ਮੈਂ ਇੱਕ ਵਾਰੀ ਵੇਖ ਕੇ ਤੇ ਆਵਾਂ ਉਹ ਕਿੱਦਾਂ ਦੇ ਗੁਰੂ ਨੇ, ਕਿੱਦਾਂ ਦੀ ਸਿੱਖਿਆ ਉਹਨਾਂ ਦੇ ਕੋਲ। ਜਦੋਂ ਕਰਤਾਰਪੁਰ ਗਏ ਤਾਂ ਸਾਖੀਕਾਰ ਲਿਖਦਾ ਕਿ ਗੁਰੂ ਨਾਨਕ ਸਾਹਿਬ ਨਾਲ ਆਪਣੇ ਪਿਆਰੇ ਸਿੱਖਾਂ ਨੂੰ ਲੈ ਕੇ ਤੇ ਨਦੀਨ ਕੱਢ ਰਿਹਾ ਖੇਤਾਂ ਦੇ ਵਿੱਚੋਂ, ਅਤੇ ਬਾਬਾ ਲਹਿਣਾ ਜੀ ਜਾ ਕੇ ਉਹਨਾਂ ਨੂੰ ਪੁੱਛਦੇ ਖੇਤਾਂ 'ਚ ਕੰਮ ਕਰਨ ਵਾਲਿਆਂ ਨੂੰ, ਵਿੱਚ ਇਹ ਗੁਰੂ ਨਾਨਕ ਸਾਹਿਬ ਨਾਲ ਨੇ, ਵੀ ਭਾਈ ਮੈਂ ਨਾਨਕ ਤਪੇ ਦੀ ਸਰਾਂ ਜਾਣਾ। ਇਹਦਾ ਮਤਲਬ ਗੁਰੂ ਨਾਨਕ ਨੂੰ ਪਛਾਣ ਨਹੀਂ ਸਕਿਆ ਨਾ ਕੋਈ। ਗੁਰੂ ਨਾਨਕ ਸਾਹਿਬ
ਉਹਨਾਂ ਦੇ ਵਿੱਚ ਹੀ ਕੰਮ ਕਰ ਰਿਹਾ ਸੀ, ਆਮ ਸਿੱਖਾਂ ਦੇ ਵਿੱਚ ਹੀ। ਅਤੇ ਸਾਹਿਤਕਾਰ ਲਿਖਦਾ ਬਾਬਾ ਲਹਿਣਾ ਜੀ ਘੋੜੇ 'ਤੇ ਨੇ ਸਵਾਰ, ਕਿਉਂਕਿ ਇਹ ਵੈਸ਼ਨੋ ਦੇਵੀ 'ਤੇ ਜਾਂਦੇ ਸੀ, ਜਿਹੜਾ ਕਰਤਾਰਪੁਰ ਪਾਕਿਸਤਾਨ 'ਚ, ਮੈਂ ਉਹਦੀ ਗੱਲ ਕਰ ਰਿਹਾ। ਬਾਕੀ ਆਪਣੇ ਜਿਹੜੇ ਨਾਲ ਗਏ ਸੰਗੀ ਸਾਥੀ ਉਹਨਾਂ ਨੂੰ ਭੇਜਤਾ, ਆਪ ਕਰਤਾਰਪੁਰ ਵੱਲ ਨੂੰ ਚੱਲ ਪਿਆ। ਗੁਰੂ ਨਾਨਕ ਸਾਹਿਬ ਜੀ ਨੇ, ਸਾਹਿਤਕਾਰ ਲਿਖਦਾ ਵੀ ਗੁਰੂ ਨਾਨਕ ਸਾਹਿਬ ਨੇ ਬਾਬਾ ਲਹਿਣਾ ਜੀ ਨੂੰ ਇੱਦਾਂ ਉਹਨਾਂ ਦੇ ਘੋੜਿਆਂ ਦੀਆਂ ਵਾਗਾਂ ਫੜ ਕੇ ਤੁਰ ਪਏ। ਜਦੋਂ ਬਿਲਕੁਲ ਲਾਗੇ ਗਏ, ਜਦੋਂ ਜਿੱਥੇ ਉਹਨਾਂ ਦਾ ਸਥਾਨ ਬਣਿਆ ਸੀ, ਮਹਾਰਾਜ ਕਹਿੰਦੇ ਵੀ ਆ ਜਾ ਭਾਈ ਅੰਦਰ ਆਣ ਕੇ ਮਿਲ ਲਾ ਜਿਹਨੂੰ ਮਿਲਣਾ ਆ। ਗੁਰੂ ਨਾਨਕ ਸਾਹਿਬ ਜੀ ਆਪਣੇ ਹੱਥ ਪੈਰ ਸਾਫ਼ ਕਰਕੇ ਆਣ ਕੇ ਸੰਗਤ ਵਿੱਚ ਬੈਠੇ, ਅਤੇ ਬਾਬਾ ਲਹਿਣਾ ਜੀ ਹੈਰਾਨ ਹੋ ਗਏ ਵੀ ਇਹ ਉਹ ਗੁਰੂ ਨਾਨਕ ਸਾਹਿਬ ਆ ਜਿਹੜੇ ਮੇਰੀ ਹੁਣੇ ਘੋੜੇ ਦੀਆਂ ਵਾਗਾਂ ਫੜ ਕੇ ਲਿਆਏ ਨੇ। ਸੋਚ ਕੇ ਵੇਖੋ ਇੱਕ ਵਾਰ, ਇਹਦਾ ਮਤਲਬ ਬਾਬਾ ਨਾਨਕ ਨੂੰ, ਗੁਰੂ ਨਾਨਕ ਸਾਹਿਬ ਜੀ ਨੂੰ ਬਾਬਾ ਲਹਿਣਾ ਜੀ ਇੱਦਾਂ ਨਹੀਂ ਪਛਾਣ ਸਕੇ, ਪਰ ਪ੍ਰਭਾਵਿਤ ਹੋ ਗਏ ਵੀ ਜਿਹਦੀਆਂ ਇੰਨੀਆਂ ਤਾਰੀਫਾਂ ਸੁਣੀਆਂ, ਉਹ ਮੇਰੇ ਘੋੜੇ ਦੀਆਂ ਵਾਗਾਂ ਫੜ ਕੇ ਲਿਆਏ ਆ। ਹੁਣ ਇਹ ਸਾਖੀ ਨੂੰ ਅੱਜ ਦੇ ਅਜੋਕੇ ਸਮੇਂ 'ਚ ਲਾਓ ਵੀ ਕੋਈ ਕਿਸੇ ਬਾਬੇ ਦਾ ਚੇਲਾ ਹੋਵੇ ਅਤੇ ਦੂਜਾ ਗੁਆਂਢੀ ਕਵੇ ਜੀ ਮੈਨੂੰ ਬਾਬਾ ਜੀ ਨੂੰ ਮਿਲਾ ਕੇ ਲਿਆਓ, ਜਾਂ ਉਹ ਇਕੱਲਾ ਮਿਲਣ ਤੁਰ ਪਵੇ, ਉਹ ਕਵੇ ਮੈਂ ਇਕੱਲਾ ਬਾਬੇ ਨੂੰ ਮਿਲਣ ਜਾਣਾ, ਅਤੇ ਜਾਂਦਿਆਂ ਨੂੰ ਇੱਦਾਂ ਬਾਬੇ ਦੇ ਡੇਰੇ ਜਾ ਕੇ ਪੁੱਛੇ ਮੈਂ ਬਾਬਾ ਜੀ ਨੂੰ ਮਿਲਣਾ, ਇੱਦਾਂ ਉਹ ਭਲਾ ਕਦੇ ਵੀ ਨਹੀਂ ਹੋਣਾ। ਦੂਰੋਂ ਪਛਾਣਿਆ ਜਾਣਾ, ਜਦੋਂ ਬਾਬੇ ਦੇ ਲਾਗੇ ਏਸੀ 'ਚ ਕੋਈ ਇੱਦਾਂ ਪੱਖਾ ਚੱਲ ਰਿਹਾ ਹੋਇਆ, ਦੂਰੋਂ ਪਤਾ ਲੈਣਾ ਬਾਬਾ ਜੀ ਨੂੰ ਬੈਠੇ ਅਤੇ ਲਾਗੇ ਦੋ ਖਲੋਤੇ ਹੋਏ ਇੱਦਾਂ ਅਰਦਲੀ ਬਣ ਕੇ, ਇੱਦਾਂ ਦੂਰੋਂ ਪਤਾ ਲੱਗ ਜਾਣਾ। ਇੱਦਾਂ ਪਤਾ ਲੈਣਾ ਜਦੋਂ ਪੈਰਾਂ 'ਚ ਜਿੱਦਾਂ ਚਿੱਟਾ ਤੌਲੀਆ ਰੱਖਿਆ ਬਾਬੇ ਦੇ, ਉਹਨੇ ਪਛਾਣ ਲੈਣਾ ਦੂਰੋਂ ਵੀ ਬਾਬਾ ਇਹੋ ਹੀ ਆ। ਫਰਕ ਵੇਖੋ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿੱਥੇ ਬਖਸ਼ਿਸ਼ ਕੀ ਕਰ ਰਹੇ, ਚਰਨ ਸਾਧ ਕੇ। ਹੁਣ ਤਾਂ ਹੀ ਤਾਂ ਇਹ ਸ਼ਬਦ, ਕਿਉਂਕਿ ਇਹ ਜਿਹੜੇ ਸ਼ਬਦ ਸੀ ਨਾ, ਸਾਧਾਂ ਨੂੰ ਬੜੇ ਫਿੱਟ ਬੈਠੇ ਸੀ, ਕਿਉਂਕਿ ਅਗਲਿਆਂ ਨੂੰ ਸਵਾਦ ਸੀ, ਚਸਕਾ ਪਿਆ ਸੀ ਪੈਰ ਧਵਾਉਣ ਦਾ, ਭੁੱਸ ਕੇ ਜਾਂਦਾ ਥੋੜ੍ਹਾ। ਹੁਣ ਇੱਥੇ ਗੁਰਦੇਵ ਜੀ ਕਹਿੰਦੇ ਨੇ ਜਿਹੜੀ ਗੱਲ ਵੀ ਸੁਣੇ 68 ਕਾ ਇਸ਼ਨਾਨ, 68 ਤੀਰਥਾਂ ਦੀ ਅਸਲੀਅਤ ਸਮਝ ਆ ਗਈ ਵੀ ਇੱਥੇ ਨਹਾਤਿਆਂ ਕੱਖ ਨਹੀਂ ਗੱਲ ਬਣਨੀ, ਅਤੇ ਨਾਲ ਦੂਜੀ ਅਸਲੀਅਤ ਵੀ ਪਤਾ ਲੱਗ ਗਈ ਵੀ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਇਹ ਵੀ ਪਤਾ ਲੱਗ ਗਿਆ ਕਿ ਹਰ ਚਰਨ ਹਿਰਦੇ ਵਸਾਏ ਤੂੰ, ਹਰੀ ਦੇ ਚਰਨ ਹਿਰਦੇ 'ਚ ਵਸਾ, ਸਿੱਖਿਆ ਨੂੰ ਵਸਾ। ਅਤੇ ਮਹਾਰਾਜ ਕੀ ਹੋਊ ਇਹਦੇ ਨਾਲ? ਕਹਿੰਦੇ ਕਿਲ ਵਿਖ ਹੋਵੇ ਨਾਸ, ਕਿਲ ਵਿਖ ਹੋਵੇ ਨਾਸ। ਜਦੋਂ ਅੰਦਰ ਸਿੱਖਿਆ ਵਸੂਗੀ, ਕਿਲ ਵਿਖ ਨਾਸ ਹੋਊਗੀ, ਮਾੜੀ ਸੋਚ ਖਤਮ ਹੋ ਜਾਊਗੀ। ਕਿਲ ਵਿਖ ਹੋਵੇ ਨਾ, ਅਤੇ ਪੰਚ ਭੂ ਆਤਮਾ ਵਸ ਕਰੇ। ਪੰਚ ਭੂ ਆਤਮਾ ਦਾ ਅਰਥ ਕੀ ਆ? ਜਿਹੜਾ ਮਨ ਪੰਜਾਂ ਦੀ ਘੇਰੇ 'ਚ ਫਸਿਆ ਪਿਆ ਸੀ ਨਾ, ਪੰਜਾਂ ਨੇ ਘੇਰਾ ਪਾਇਆ ਸੀ, ਪੰਜਾਂ ਕੁੱਤਿਆਂ ਨੇ ਇਕੱਲੇ ਨੂੰ ਘੇਰਿਆ ਸੀ। ਪੰਚ ਭੂ ਆਤਮਾ ਵਸ ਕਰੇ, ਉਹ ਪੰਜਾਂ ਦੇ ਘੇਰੇ 'ਚੋਂ ਇਸ ਮਨ ਨੂੰ ਛਡਾ ਲਿਆ ਤਾਂ ਤੀਰਥ ਕਰੇ ਨਿਵਾਸ। ਸਮਝ ਲਓ ਬੰਦਾ ਤੀਰਥਾਂ 'ਤੇ ਨਿਵਾਸ ਕਰਦਾ। ਫਰਕ ਇਹਨਾਂ, ਉਹ ਸਪੈਸ਼ਲ ਤੀਰਥ 'ਤੇ ਇਸ਼ਨਾਨ ਕਰਨ ਜਾਂਦੇ ਸੀ, ਇਹ 24 ਘੰਟੇ ਤੀਰਥਾਂ 'ਤੇ ਨਿਵਾਸ ਕਰਦਾ। ਫਰਕ ਵੇਖੋ। ਹੁਣ ਇੱਕ ਹੁੰਦਾ ਨਾ ਸਪੈਸ਼ਲ ਜਾਣਾ, ਮੈਂ ਮਹੀਨੇ ਬਾਅਦ ਜਾਣਾ ਜੀ, ਵੇਖੋ ਆਹ ਫਰਕ ਆ। ਹੁਣ ਜਿਵੇਂ ਤੁਸੀਂ ਕਿਸੇ ਬਾਬੇ ਦੇ ਕੋਈ ਬਾਬੇ ਦਾ ਚੇਲਾ ਤੁਹਾਨੂੰ ਕਵੇ ਵੀ ਚਲੀਏ ਮਹਾਂਪੁਰਖਾਂ ਦੇ ਡੇਰੇ, ਉਹ ਪੁੱਛੇ ਕੀ ਲੈਣ? ਸਾਡੇ ਮਹਾਂਪੁਰਖ ਸਾਨੂੰ ਰੱਬ ਨਾਲ ਜੋੜਦੇ ਨੇ, ਪਰਮੇਸ਼ਰ ਦੇ ਚਰਨਾਂ ਨਾਲ ਜੋੜਦੇ ਨੇ। ਅਤੇ ਅੱਗੇ ਜਿਹੜਾ ਬਾਣੀ ਪੜ੍ਹਨ ਵਾਲਾ ਸਿੱਖ ਕੀ ਜਵਾਬ ਦੂ? ਆਂਦਾ ਭਾਈ ਤੇਰੇ ਮਹਾਂਪੁਰਖ ਰੱਬ ਦੇ ਚਰਨਾਂ ਨਾਲ ਜੋੜਦੇ ਨੇ, ਮੈਂ ਰਹਿੰਦੇ ਰੱਬ ਦੇ ਚਰਨਾਂ 'ਚ। ਕਹਿੰਦਾ ਉਹ ਕਿਵੇਂ? ਕਹਿੰਦਾ ਮੈਂ ਖੇਤਾਂ 'ਚ ਵੀ ਜਦੋਂ ਹੁੰਦਾ ਉਦੋਂ ਵੀ ਮੈਂ ਮਹਿਸੂਸ ਕਰਦਾ, ਮੈਂ ਕਿ ਜਦੋਂ ਮੇਰਾ ਰੱਬ ਵਿਆਪਕ, ਉਹਦੇ ਚਰਨ ਵੀ ਵਿਆਪਕ ਨੇ। ਜਦੋਂ ਮੈਂ ਦਫ਼ਤਰੇ ਜਾਂਦਾ, ਜਦੋਂ ਮੈਂ ਕੋਈ ਨੌਕਰੀ ਪੇਸ਼ੇ ਕਰਦਾ, ਜਦੋਂ ਮੈਂ ਹੌਸਪੀਟਲ ਜਾਂਦਾ, ਜਦੋਂ ਮੈਂ ਇਲਾਜ ਕਰਦਾ, ਜਾਨੀ ਕਿ ਮੈਂ ਜਿੱਥੇ ਜੇ ਮੇਰਾ ਪਰਮੇਸ਼ਰ ਵਿਆਪਕ ਆ, ਉਹਦੇ ਚਰਨ ਵੀ ਵਿਆਪਕ ਨੇ। ਮੈਂ ਸਪੈਸ਼ਲ ਚਰਨਾਂ ਨਾਲ ਜੁੜਨ, ਤੂੰ ਜਾ, ਮੈਂ ਨਹੀਂ ਜਾਂਦਾ ਭਾਈ, ਤੂੰ ਜਾ। ਮੈਨੂੰ ਤਾਂ ਵਿਖਾਤਾ ਉਹਨੇ ਵੀ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੋਆ। ਮੈਨੂੰ ਸਮਝ ਆ ਗਈ ਹੁਣ। ਪੰਚ ਭੂ ਆਤਮਾ ਵਸ ਕਰੇ, ਜਿਹੜਾ ਪੰਜਾਂ ਦੇ ਘੇਰੇ 'ਚ ਆਇਆ ਸੀ ਨਾ ਮਨ, ਉਹ ਤਾਂ ਛੁਡਾ ਲਿਆ। ਤਾਂ ਤੀਰਥ ਕਰੇ ਨਿਵਾਸ, ਮੈਂ ਹੁਣ ਤੀਰਥਾਂ 'ਤੇ 24 ਘੰਟੇ ਨਿਵਾਸ ਕਰਦਾ, ਮੈਨੂੰ ਹੁਣ ਸਪੈਸ਼ਲ ਜਾਣ ਦੀ ਲੋੜ ਨਹੀਂ। ਤਾਂ ਤੀਰਥ ਕਰੇ ਨਿਵਾਸ, ਹਰ ਚਰਨ ਹਿਰਦੇ ਵਸਾਏ ਤੂੰ, ਕਿਲ ਵਿਖ ਹੋਵੇਂ ਨਾਸ। ਪੰਚ ਭੂ ਆਤਮਾ ਵਸ ਕਰੇ ਤਾਂ ਤੀਰਥ ਕਰੇ ਨਿਵਾਸ। ਕਿੱਡੇ ਪਿਆਰੇ ਸ਼ਬਦ ਵਰਤੇ ਵੀ ਮੈਨੂੰ ਸਪੈਸ਼ਲ ਜਾਣ ਦੀ ਲੋੜ ਨਹੀਂ। ਇਹਨੂੰ ਕਹਿੰਦੇ ਸੁਣਿਆ 68 ਕਾ ਇਸ਼ਨਾਨ, ਮੈਨੂੰ 68 ਤੀਰਥਾਂ ਦੀ ਹੁਣ ਸਮਝ ਆ ਗਈ। ਅਤੇ ਨਾਲ ਇਹ ਵੀ ਸਮਝ ਆ ਗਈ ਕਿ ਬਾਹਰ ਨਹਾਉਣ ਦੀ ਲੋੜ ਨਹੀਂ, ਗੁਰੂ ਨੇ ਘਰੇ ਵਿਖਾਤਾ ਵੀ ਅੰਦਰੇ ਤੀਰਥ ਸਥਾਨ 'ਤੇ ਤੂੰ ਇਸ਼ਨਾਨ ਕਰ ਸਕਦਾ। ਹੁਣ ਆਹ ਕਿੰਨਾ ਸੌਖਾ ਰਾਹ ਸੀ। ਅਗਲਾ ਦੱਸਣਾ ਨਹੀਂ ਸੀ ਚਾਹੁੰਦਾ ਵੀ ਇਹ ਰਾਹ ਸੌਖਾ ਵਾ, ਵੀ ਆਪੇ ਬਾਣੀ ਪੜ੍ਹ, ਆਪੇ ਸਮਝ, ਆਪੇ ਆਪਣੀ ਜ਼ਿੰਦਗੀ ਨੂੰ ਸਵਾਰ, ਤੈਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ, ਵਿੱਚ ਵਿਚੋਲਾ ਪਾਉਣ ਦੀ ਲੋੜ ਹੀ ਨਹੀਂ। ਮੁੱਖ ਦੀ ਗੱਲ ਇਹ ਆ, ਸਿੱਧਾ ਹੀ ਰਿਸ਼ਤਾ ਕਰ ਲਾ। ਕਈ ਵਾਰੀ ਵਿਚੋਲੇ ਝੂਠ ਬੋਲ ਦਿੰਦੇ ਆ ਨਾ, ਤੁਸੀਂ ਕਈ ਵੇਖੇ ਨਾ ਰਿਸ਼ਤੇ, ਕਈਆਂ ਰਿਸ਼ਤਿਆਂ 'ਚ ਵਿਚੋਲੇ ਨਹੀਂ ਹੁੰਦੇ। ਤੁਸੀਂ ਕਈ ਰਿਸ਼ਤੇ ਵੇਖੇ ਹੋਣੇ ਨੇ ਜਿੱਥੇ ਲੜਕੀ ਲੜਕੇ ਦੇ ਪਰਿਵਾਰ ਇੱਕ ਦੂਜੇ ਨੂੰ ਪਹਿਲਾਂ ਜਾਣਦੇ ਸੀ, ਉਹਨਾਂ ਨੇ ਵਿਚੋਲਾ ਪਾਇਆ ਹੀ ਨਹੀਂ। ਅਤੇ ਕਈ ਵਿਚੋਲੇ ਪਾਉਂਦੇ ਆ,
ਉਹ ਫਿਰ ਲਾਲਚ ਹੁੰਦਾ ਮੁੰਦਰੀ ਦਾ ਵੀ ਇੱਧਰੋਂ ਵੀ ਮੁੰਦਰੀ, ਇੱਧਰੋਂ ਵੀ ਮੁੰਦਰੀ, ਇੱਧਰੋਂ ਵੀ ਕੁਝ ਨਾ ਕੁਝ ਮਿਲਣਾ, ਇੱਧਰੋਂ ਮਿਲਣਾ। ਤਾਂ ਇਹੋ ਜਿਹੇ ਵਿਚੋਲੇ ਤੁਸੀਂ ਵੇਖੇ ਫਿਰ ਬਾਅਦ 'ਚ ਨਾ ਉਹ ਦੋਵਾਂ ਪਰਿਵਾਰਾਂ ਦੇ ਘਰ ਚਾਹ ਪਾਣੀ ਪੀਣ ਜੋਗੇ ਰਹਿੰਦੇ ਨਹੀਂ, ਕਿਉਂਕਿ ਝੂਠ ਬੋਲ ਕੇ ਰਿਸ਼ਤਾ ਕਰਾਇਆ ਹੁੰਦਾ ਉਹਨਾਂ ਨੇ। ਹੁਣ ਆਹ ਜਿਹੜੇ ਡੇਰੇਦਾਰ ਜਾਂ ਕੋਈ ਵੀ ਹੋਵੇ, ਮੈਂ ਕੋਈ ਰਾਗੀ ਪ੍ਰਚਾਰਕ ਜਿਸ ਦੀ ਵੀ ਗੱਲ ਕਰਦਾ, ਜਿਹੜੇ ਐਂ ਵਿਚੋਲੇ ਜਿਹੜੇ ਫੱਬ ਕੇ ਜਾਂ ਵਿਚੋਲੇ ਜਿਹੜੇ ਕਹਿੰਦੇ ਸਾਡੇ ਕੋਲ ਆਓ ਅਸੀਂ ਦੱਸਾਂਗੇ ਲੋਕਾਂ ਨੂੰ, ਜਿਹੜੇ ਆਪਣਾ ਪ੍ਰਭਾਵ ਪਾਉਣਾ ਚਾਹੁੰਦੇ ਵੀ ਅਸੀਂ ਤੁਹਾਨੂੰ ਵੱਖਰੇ ਹਾਂ, ਬਸ ਇੱਥੋਂ ਪਛਾਣ ਲਓ। ਸੌਖਾ ਹੀ ਤਰੀਕਾ, ਪਛਾਣਨ ਦਾ ਤਰੀਕਾ ਹੀ ਸੌਖਾ। ਗੁਰੂ ਸਾਹਿਬ ਨੇ ਤਾਂ ਗੱਲ ਦੱਸੀ ਵੀ ਜਿਹੜਾ ਤੂੰ ਕਹਿਣਾ ਵੀ ਜੇ ਗੁਰੂ ਨਾਨਕ ਸਾਹਿਬ ਜੀ ਨੇ ਕੋਈ ਰੱਬ ਦੇ ਨਾਂ 'ਤੇ ਡੰਬਰ ਨਹੀਂ ਕੀਤਾ, ਤੇ ਫਿਰ ਪਹਿਰਾਵੇ ਪਾ ਕੇ ਡੰਬਰ ਕਿਹਦੇ ਨਾਂ 'ਤੇ ਹੋ ਰਿਹਾ? ਕਿਹਨੂੰ ਵਿਖਾਇਆ ਜਾ ਰਿਹਾ ਕਿ ਰੱਬ ਪਾਉਣ ਲਈ ਸਪੈਸ਼ਲ ਵਰਦੀ ਪਾਉਣੀ ਪੈਂਦੀ ਹੈ? ਇਹ ਕਿਹਨੂੰ ਵਿਖਾਇਆ ਜਾ ਰਿਹਾ? ਇਹ ਵੀ ਤਾਂ ਸੋਚਣ ਵਾਲੀ ਗੱਲ ਆ ਨਾ। ਵੀ ਜਦੋਂ ਗੁਰੂ ਸਾਹਿਬ ਨੇ ਆਮ ਸੰਸਾਰੀ ਰਹਿ ਕੇ ਸੰਸਾਰੀ ਕੱਪੜੇ ਪਾਏ ਨੇ, ਤਾਂ ਫਿਰ ਗੁਰੂ ਸਾਹਿਬ ਦੀ ਇਸ ਗੱਲ ਨੂੰ ਸਮਝਣ ਅਤੇ ਵਿਚਾਰਨ ਦੀ ਜ਼ਰੂਰਤ ਆ ਨਾ। ਕਿੱਦਾਂ ਜ਼ਿੰਦਗੀ ਨੂੰ ਜਿਉਣਾ, ਕਿੱਦਾਂ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ, ਬਸ ਆਹ ਚੇਤਾ ਰੱਖਣਾ। ਸੁਣਿਆ 68 ਕਾ ਇਸ਼ਨਾਨ, ਸੁਣਨ ਕਰਕੇ ਸਮਝਣ ਕਰਕੇ 68 ਤੀਰਥਾਂ ਦੀ ਅਸਲੀਅਤ ਸਮਝ ਆ ਗਈ। ਜਾਓ ਤੁਸੀਂ, ਜਿਵੇਂ ਆਪਾਂ ਪਿੱਛੇ ਪੜ੍ਹ ਆਏ ਈਸ਼ਰ ਬ੍ਰਹਮਾ ਇੰਦਰ ਦੀ ਅਸਲੀਅਤ ਸਮਝ ਆ ਗਈ, 68 ਤੀਰਥਾਂ ਦੀ ਅਸਲੀਅਤ ਦਾ ਵੀ ਪਤਾ ਲੱਗ ਗਿਆ। ਇਕੱਲਾ ਕੰਨਾਂ ਨਾਲ ਸੁਣਨ ਕਰਕੇ ਨਹੀਂ, ਸਮਝਣ ਕਰਕੇ, ਕਿਉਂਕਿ ਸੁਣਨ ਦਾ ਸਮਝਣ ਨਾਲ ਸੰਬੰਧ ਹੈ। ਸੁਣਨ ਦਾ ਅਰਥ ਹੀ ਸਮਝਣਾ ਹੈ, ਨਹੀਂ ਤਾਂ ਬੜੀ ਦੁਨੀਆ ਸੁਣਦੀ ਹੈ। ਇਹਦੇ ਆਪਾਂ ਪਹਿਲੀਆਂ ਪੌੜੀਆਂ 'ਚ ਕਹਿ ਹੀ ਆਏ ਹਾਂ, ਕਿੰਨੇ ਪਾਠ ਸੁਣੇ, ਜਿਹੜੇ 24 ਘੰਟੇ ਗੁਰਦੁਆਰਿਆਂ 'ਚ ਬੈਠੇ ਨੇ, ਉਹ ਤਾਂ ਸੁਣ ਕੇ ਕੰਨ ਪਾ ਗਏ ਉਹਨਾਂ ਦੇ, ਉਹ ਤਾਂ ਬਹੁਤ ਸੁਣਿਆ ਉਹਨਾਂ ਨੇ। ਕਿੰਨੇ ਗੁਰੂ ਗ੍ਰੰਥ ਸਾਹਿਬ ਸਰੂਪ ਬਿਰਧ ਹੋ ਗਏ ਪੜ੍ਹ ਕੇ, ਉਹਦੀ ਜ਼ਿੰਦਗੀ ਤਰਨਾ ਚਾਹੁੰਦੇ ਪਰ ਨਹੀਂ ਸਮਝਿਆ। ਨਹੀਂ ਸੁਣਿਆ 68 ਕਾ ਇਸ਼ਨਾਨ, ਤੇ ਅੱਗੇ ਪਾਤਸ਼ਾਹ ਕਹਿੰਦੇ ਨੇ ਸੁਣਿਆ ਪੜ੍ਹ ਪਾਵੇਂ ਮਾਨ, ਪੜ੍ਹ ਕੇ। ਜਿਹੜੇ ਪੜ੍ਹ ਕੇ ਹੰਕਾਰ ਸਿਰ 'ਤੇ ਲੱਦੀ ਫਿਰਦੇ ਸੀ ਨਾ ਬ੍ਰਹਮਦਾਸ ਨੂੰ, ਉਹ ਵੀ ਪਤਾ ਲੱਗ ਗਿਆ ਵੀ ਮੈਨੂੰ ਇੰਨਾ ਪਤਾ, ਮੈਂ ਜੋ ਮੈਂ ਇੱਦਾਂ ਦੱਸਿਆ ਨਾ ਹੋਰ ਤਾਂ ਕਿਸੇ ਨੂੰ ਪਤਾ ਹੀ ਨਹੀਂ। ਇਹ ਵੀ ਇੱਕ ਬੜਾ ਹੰਕਾਰ ਹੁੰਦਾ ਜੀ। ਸਾਧ ਸੰਗਤ ਜੀ ਬੇਨਤੀ ਧਿਆਨ ਨਾਲ ਸੁਣਿਓ। ਇਹ ਤਾਂ ਭਲਾ ਹੋਵੇ ਪ੍ਰੋਫੈਸਰ ਸਾਹਿਬ ਸਿੰਘ ਜਿਹਨੂੰ ਬਾਣੀ ਦੇ ਅਰਥ ਕੀਤੇ ਆ ਨਾ, ਉਹਨਾਂ ਨੇ ਜਦੋਂ ਬਾਣੀ ਦੇ ਅਰਥ ਕੀਤੇ, ਕਹਿੰਦੇ ਇਹ ਮੇਰਾ ਆਖਰੀ ਸੱਚ ਨਹੀਂ, ਕੋਈ ਇਹ ਤੋਂ ਅੱਗੇ ਦੀ ਗੱਲ ਵੀ ਕਰ ਸਕਦਾ ਹੈ, ਇਹ 'ਚ ਕੋਈ ਸ਼ੱਕ ਨਹੀਂ। ਕੋਈ ਕੱਲ੍ਹ ਨੂੰ ਕੋਈ ਕਿਸੇ ਵਿਸ਼ੇ 'ਤੇ ਕੋਈ ਗੱਲ ਕਰਦਾ ਹੈ, ਅਤੇ ਉਹਨਾਂ ਨੇ ਕਿਹਾ ਇਹ ਵਿਸਥਾਰ ਆ, ਸਮੁੰਦਰ ਸਾਗਰ ਆ, ਗਾਂਹ ਦੀ ਗੱਲ ਵੀ ਕਰ ਸਕਦਾ। ਪਰ ਜਦੋਂ ਕੋਈ ਬੰਦੇ ਨੂੰ ਇਹ ਕਹੇ ਨਾ ਜੋ ਮੈਂ ਕੀਤਾ ਕਿਸੇ ਹੋਰ ਨੇ ਨਹੀਂ ਕੀਤਾ, ਕਈ ਵਾਰੀ ਇਹ ਭਰਮ ਹੁੰਦਾ, ਕਈ ਵਾਰੀ ਬੰਦਿਆਂ ਨੂੰ ਭਰਮ ਪੈ ਜਾਂਦਾ। ਜੋ ਮੈਂ ਗੱਲ ਕਰਦਾ, ਵੈਸੇ ਨਾ ਬੰਦੇ ਦੇ ਦਿਮਾਗ 'ਚ ਇੱਕ ਖਿਆਲ ਆ ਵੀ ਜੋ ਮੈਂ ਕੀਤਾ ਕਿਸੇ ਹੋਰ ਨੇ ਕੀਤਾ ਹੀ ਨਹੀਂ ਅਜੇ ਤੱਕ, ਜਾਂ ਜੋ ਮੈਂ ਕਰਦਾ ਕੋਈ ਦੂਜਾ ਕਰ ਹੀ ਨਹੀਂ ਸਕਦਾ, ਜਾਂ ਦੁਨੀਆ 'ਤੇ ਇਕੱਲਾ ਸਿਆਣਾ ਹੀ ਮੈਂ ਆ, ਹੋਰ ਤਾਂ ਕੋਈ ਦੁਨੀਆ 'ਤੇ ਸਿਆਣਾ ਰਹਿ ਹੀ ਨਹੀਂ ਗਿਆ। ਇਹ ਤਾਂ ਭਾਈ ਕੰਮਾਂ ਤੋਂ ਪਤਾ ਲੱਗ ਜਾਣਾ, ਕੰਮਾਂ ਨੇ ਆਪਣੇ ਆਪ ਦੱਸ ਦੇਣਾ। ਕੋਈ ਭੌਰੇ ਅਤੇ ਭੂੰਡ ਦੀ ਇੱਕੋ ਜੈਸੀ ਗੂੰਜ, ਭੌਰੇ ਅਤੇ ਭੂੰਡ ਦੀ ਨਾ ਗੂੰਜ ਇੱਕੋ ਜਿਹੀ ਹੁੰਦੀ ਅਤੇ ਰੰਗ ਵੀ ਇੱਕੋ ਜਿਹਾ, ਪਰ ਕੰਮੀ ਪਿਆ ਪਛਾਣੀ ਹੈ, ਉਹ ਭੌਰਾ ਉਹ ਭੂੰਡ। ਕੰਮਾਂ ਨੇ ਦੱਸ ਦੇਣਾ ਭੌਰਾ ਕਿਹੜਾ ਅਤੇ ਭੂੰਡ ਕਿਹੜਾ, ਕੰਮਾਂ ਨੇ ਦੱਸ ਦੇਣਾ, ਪਤਾ ਲੱਗ ਜਾਣਾ। ਗੁਰੂ ਸਾਹਿਬ ਜੀ ਇੱਥੇ ਬਖਸ਼ਿਸ਼ ਕਿਹੜੇ ਪਿਆਰੇ ਬਚਨ ਕਰ ਰਹੇ ਨੇ। ਸੁਣਿਆ ਪੜ੍ਹ ਪਾਵੇਂ ਮਾਨ, ਜੇਤਾ ਪੜ੍ਹਿਆ ਤੇਤਾ ਕੜਿਆ। ਕਈ ਵਾਰੀ ਜ਼ਿਆਦਾ ਪੜ੍ਹਾਈ ਵੀ ਦਿਮਾਗ ਖਰਾਬ ਕਰ ਦਿੰਦੀ ਹੈ ਨਾ। ਕਈ ਵਾਰੀ ਜਦੋਂ ਇਹ ਹੰਕਾਰ ਆ ਜਾਏ ਵੀ ਜਿੰਨਾ ਮੈਨੂੰ ਪਤਾ ਕਿਸੇ ਹੋਰ ਦੂਜੇ ਨੂੰ ਪਤਾ ਨਹੀਂ, ਇਹ ਵੀ ਜ਼ਿੰਦਗੀ ਦੇ ਵਿੱਚ ਕਈ ਵਾਰੀ ਖੜੋਤ ਆ, ਇਹ ਵੀ ਮੁਸ਼ਕ ਮਾਰ ਲੱਗ ਪੈਂਦਾ। ਇਹ ਤਾਂ ਜ਼ਿੰਦਗੀ ਲਫ਼ਜ਼ ਸਿੱਖ ਦਾ ਅਰਥ ਕੀ? ਸਟੂਡੈਂਟ, ਸਿਖਿਆਰਥੀ। ਅਸੀਂ ਸਿੱਖਣਾ ਸਾਰੀ ਜ਼ਿੰਦਗੀ, ਫੱਟੇ 'ਤੇ ਲੰਮੇ ਪੈਣ ਤੱਕ ਸਿੱਖਦੇ ਜਾਣਾ। ਅਸੀਂ ਸਿੱਖਦੇ ਜਾਣਾ, ਕਿਸੇ ਕੋਲੋਂ ਸਿੱਖਦੇ ਜਾਓ, ਪੁੱਤ ਕੋਲੋਂ, ਧੀ ਕੋਲੋਂ, ਭੈਣ ਕੋਲੋਂ, ਭਰਾ ਕੋਲੋਂ, ਸਮਾਜ ਕੋਲੋਂ, ਹਰ ਥਾਂ 'ਤੇ ਸਿੱਖਦੇ ਜਾਓ, ਸਿੱਖਦੇ ਜ਼ਿੰਦਗੀ ਖੂਬਸੂਰਤ ਬਣ। ਗੁਰੂ ਸਾਹਿਬ ਨੇ ਪੱਬਰ 'ਤੇ ਸਰੋਵਰ ਕੋਲੋਂ ਵੀ ਸਿੱਖਿਆ ਲੈਣ ਲਈ ਕਿਹਾ। ਵੇਖ ਲਓ ਘਾਹ ਬੂਟੀ ਜਿੱਥੇ ਕਿੰਨਾ ਸੋਹਣੀ ਹਰਿਆਵਲ ਸੀ, ਅੱਜ ਵੇਖ ਲਓ ਕਿੱਦਾਂ ਉਹਦਾ ਹਿਰਦਾ, ਉਹਦੀ ਕਾਇਆ ਸੁੱਕੀ ਪਈ ਅਤੇ ਕਾਲੀ ਹੋ ਗਈ ਹੈ। ਉਹ ਤੋਂ ਵੀ ਸਿੱਖਿਆ ਦੇ ਦਿੱਤੀ ਸਾਨੂੰ, ਸਮਝਾਇਆ। ਅਲੰਕਾਰ ਭਾਵੇਂ ਵਰਤੇ, ਸਮਝਾਤਾ ਸਾਨੂੰ ਵੀ ਇੱਦਾਂ ਜ਼ਿੰਦਗੀ ਜਿਉਣੀ ਸਿੱਖ ਮਹਾਰਾਜ ਕਹਿੰਦੇ ਨੇ। ਸੁਣਿਆ ਪੜ੍ਹ ਪਾਵੇਂ ਮਾਨ, ਮਹਾਰਾਜ ਕਹਿੰਦੇ ਨੇ ਜਿਹੜੇ ਹੰਕਾਰ, ਜਿਹੜੇ ਉਹਨਾਂ ਦੀ ਅਸਲੀਅਤ ਸਮਝ ਲੱਗ ਗਈ ਵੀ ਜਿਹੜੇ ਪੜ੍ਹਾਈ ਦਾ, ਜਿਹੜੇ ਆਪਣੇ ਵੇਦਾਂ ਗ੍ਰੰਥਾਂ ਦਾ ਮਾਣ ਕਰਕੇ ਬੈਠੇ ਸੀ, ਇੰਨੇ ਪਾਠ ਕੀਤੇ ਮੈਂ, ਇੰਨੇ ਵਜੇ ਉੱਠ ਕੇ ਮੈਂ ਇਸ਼ਨਾਨ ਕਰਦਾ, ਮੈਂ ਤਾਂ ਰੋਜ਼ ਕੇਸ਼ੀ ਇਸ਼ਨਾਨ ਕਰਦਾ, ਮੈਂ ਤਾਂ ਰੋਜ਼ ਇੰਨੇ ਗ੍ਰੰਥ ਪੜ੍ਹਦਾ, ਮੈਂ ਤਾਂ ਰੋਜ਼ ਇੰਨੀਆਂ ਬਾਣੀਆਂ ਪੜ੍ਹ ਕੇ ਰੋਟੀ ਖਾਣਾ, ਜਾਂ ਇੰਨੇ ਬਾਬੇ ਕਈਆਂ ਇਹ ਵੀ ਪ੍ਰਭਾਵਿਤ ਹੁੰਦਾ ਨਾ, ਸਾਡੇ ਬਾਬਾ ਜੀ ਇੰਨੇ ਪਾਠ ਕਰਕੇ ਰੋਟੀ ਖਾਂਦੇ ਸੀ। ਅੱਛਾ, ਸਵਾਲ ਇਹ ਪੈਦਾ ਹੁੰਦਾ ਵੀ ਜਦੋਂ ਬਾਬਾ ਜੀ ਇੰਨੇ ਪਾਠ ਕਰਦੇ ਸੀ, ਉਹ ਗਿਣਦਾ ਕੌਣ ਸੀ? ਅੱਛਾ, ਬੰਦਾ ਰੱਖਿਆ ਸੀ, ਕੀ ਲੋੜ ਪੈ ਗਈ ਬੰਦਾ ਰੱਖਣ ਦੀ? ਜਾਂ ਬਾਬਾ ਜੀ ਆਪ ਗਿਣਦੇ ਸੀ? ਜੇ ਆਪ ਗਿਣਦੇ ਸੀ ਅਤੇ ਫਿਰ ਬਾਬਾ ਜੀ ਦਾ ਪਾਠਾਂ 'ਚ ਧਿਆਨ ਹੈ ਨਹੀਂ ਸੀ, ਉਹ ਤਾਂ ਗਿਣਤੀਆਂ ਸੀ ਵੀ 1 ਹੋ ਗਿਆ, ਜੇ 2 ਹੋ ਗਏ। ਬਾਣੀਆਂ ਦੀ ਧਿਆਨ ਨਾਲ ਬਾਣੀ ਪੜ੍ਹਨੀ ਚਾਹੀਦੀ ਹੈ। ਦੱਸਣਾ ਕਿਹਨੂੰ? ਜਿਹੜਾ ਆਸ਼ਕ ਹੁੰਦਾ ਉਹ ਗਿਣਤੀਆਂ ਕਰਦਾ ਭਲਾ? ਬਾਣੀਆਂ ਦੀ ਆਸ਼ਕ ਇਹ ਨਾ ਆਖੀਆਂ ਜੇ ਲੇਖੇ ਵਰਤੇ ਸੋਏ।
ਉਹ ਕਾਹਦਾ ਆਸ਼ਕ ਜਿਹੜਾ ਗਿਣਤੀਆਂ ਮਿਣਤੀਆਂ 'ਚ ਪੈ ਜਾਵੇ, ਮੈਂ ਆਹ ਕੀਤਾ, ਤੂੰ ਇੱਦਾਂ ਕੀਤਾ, ਮੈਂ ਇੱਦਾਂ ਕੀਤਾ। ਗੁਰੂ ਸਾਹਿਬ ਦੀ ਬਖਸ਼ਿਸ਼, ਕਿੱਡੇ ਪਿਆਰੇ ਸ਼ਬਦ ਸੁਣੇ, ਪੜ੍ਹ ਪੜ੍ਹ ਪਾਵੇਂ ਮਾਨ। ਸੁਣ ਸਮਝਣ ਕਰਕੇ ਪਤਾ ਲੱਗ ਗਿਆ ਵੀ ਕਿੰਨੇ ਲੋਕ ਪੜ੍ਹਾਈ ਦੇ ਹੰਕਾਰ ਵਿੱਚ ਹੀ ਫਸੇ ਪਏ ਨੇ। ਮੈਂ ਇੰਨਾ ਕੀਤਾ, ਮੈਂ ਆਹ ਕੀਤਾ, ਜੋ ਮੈਂ ਕੀਤਾ ਕਿਸੇ ਹੋਰ ਨੇ ਨਹੀਂ ਕੀਤਾ। ਹੰਕਾਰ ਖੜੋਤ ਹੈ, ਇਹ ਤਾਂ ਬਦਬੂ ਮਾਰ ਲੱਗ ਪੈਂਦੀ। ਮਹਾਰਾਜ ਦੀ ਬਾਣੀ ਕਹਿੰਦੀ ਇਹ ਤਾਂ ਜ਼ਿੰਦਗੀ ਨੂੰ ਤਬਾਹ ਕਰਦੀ ਹੈ। ਇਹ ਵੀ ਹੰਕਾਰ ਹੁੰਦਾ ਕਈ ਵਾਰੀ ਵੀ ਫਲਾਣਾ ਇੱਦਾਂ ਕਰਦਾ, ਮੈਂ ਤਾਂ ਇੱਦਾਂ ਕਰਦਾ, ਮੈਂ ਤਾਂ ਤਿਆਗੀ ਬੜਾ ਤਕੜਾ। ਆ ਗ੍ਰਸਤੀ ਤੇ ਕਈ ਵਾਰੀ ਇਹ ਵੀ ਹੰਕਾਰ ਹੁੰਦਾ ਵੀ ਗ੍ਰਸਤੀ ਤੇ ਆਪਣੇ ਪਰਿਵਾਰ ਤੱਕ ਸੀਮਤ ਆ। ਮੈਂ ਵੇਖੋ ਕਿੱਡਾ ਵੱਡਾ ਡੇਰਾ ਬਣਾ ਕੇ ਬੈਠਾ। ਉਹ ਭਲਿਆ ਗ੍ਰਸਤੀ, ਉਹ ਗ੍ਰਸਤੀ ਦੇ ਤਾਂ 4 ਬੱਚੇ ਨੇ, ਤੇਰਾ ਤੇ ਹਮਲਾ ਫੈਲਾ ਬੜਾ ਵੱਡਾ। ਗ੍ਰਸਤੀ ਦੇ ਤਾਂ 4 ਬੱਚੇ ਨੇ, ਉਹ ਕੱਲ੍ਹ ਨੂੰ ਵਿਆਹੇ ਜਾਣਗੇ ਤੇ ਫਿਰ ਉਹਦੇ ਤੇ 4 ਵਿਆਹੇ ਗਏ, 2 ਵਿਆਹੇ ਗਏ, ਤੂੰ ਕਹੂਗਾ ਹੁਣ ਭਾਈ ਮੈਂ ਮੁਕਤ ਹੋ ਗਿਆ। ਇੱਧਰ ਤੇ ਵਿਆਹ ਹੀ ਨਹੀਂ ਜਾਣੇ, ਕਿਉਂਕਿ 2 ਗਏ 4 ਹੋਰ ਆ ਜਾਣੇ ਆ, 4 ਗਏ ਮਗਰੇ 5 ਹੋਰ ਆ ਜਾਣੇ ਆ। ਇਹਦਾ ਤੇ ਅੰਤ ਹੀ ਕੋਈ ਨਹੀਂ ਹੈਗਾ। ਬਾਬਾ ਜੀ ਇਹ ਵੀ ਵੇਖੋ ਬਾਣੀ 'ਚ ਬਹੁਤ ਕੁਝ ਲਿਖਿਆ। ਜਦੋਂ ਇੱਦਾਂ ਇੱਕ ਉਂਗਲ ਇੱਦਾਂ ਕਰੀਏ ਨਾ, 2-3 ਉਂਗਲਾਂ ਆਪਣੇ ਵੱਲ ਵੀ ਆਉਂਦੀਆਂ ਨੇ। ਤਾਂ ਗੁਰੂ ਸਾਹਿਬ ਨੇ ਬੜੇ ਸੋਹਣੇ ਵਿਸਥਾਰ ਹੁੰਜਾ ਫੇਰਿਆ। ਗੁਰਦੇਵ ਪਿਤਾ ਮਹਾਰਾਜ ਨੇ ਜ਼ਿੰਦਗੀ ਜਿਉਣ ਦਾ ਤਰੀਕਾ ਸਿਖਾਇਆ ਵੀ ਕਿੱਦਾਂ ਸਮਾਜ ਵਿੱਚ ਰਹਿਣਾ। ਜਿਹੜੀ ਹਉਮੈ ਹੈ, ਜਿਹੜਾ ਹੰਕਾਰ ਹੈ, ਸੰਸਾਰ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਪਰਿਵਾਰਾਂ 'ਚ ਆ ਜਾਏ ਜ਼ਿੰਦਗੀ ਤਬਾਹ ਕਰ ਦਿੰਦਾ, ਗੁਰਦੇਵ ਦੀ ਬਾਣੀ ਕਹਿੰਦੀ ਹੈ। ਵੈਸੇ ਇੱਕ ਬੇਨਤੀ ਕਰਾਂ, ਮਾਇਆਧਾਰੀ ਦਾ ਹੰਕਾਰ ਜਿਹੜਾ ਨਾ, ਉਹ ਸਮਾਂ ਪਾ ਕੇ ਖਤਮ ਹੋ ਜਾਂਦਾ। ਕਿਉਂਕਿ ਕੱਲ੍ਹ ਨੂੰ ਅੱਜ ਪੈਸੇ ਹੈਗੇ ਉਹਦੇ ਕੋਲ, ਕੱਲ੍ਹ ਨੂੰ ਨਾ ਰਹੇ। ਤੇ ਮੰਨ ਲਓ ਕਿਸੇ ਬੰਦੇ ਨੂੰ ਜਾਇਦਾਦ ਦਾ ਹੰਕਾਰ ਆ, ਅੱਜ ਉਹਦੀ 100 ਕਿੱਲਾ ਜ਼ਮੀਨ ਆ, ਉਹਦਾ ਕੱਲ੍ਹ ਨੂੰ ਕੋਈ ਨਲਾਇਕ ਪੁੱਤ ਪੈਦਾ ਹੋ ਜਾਏ, ਉਹ ਵੇਚਣੀ ਸ਼ੁਰੂ ਕਰ ਦੇਵੇ ਤੇ ਮੁੜ ਕੇ ਲੋਕਾਂ 'ਚ ਜਾਣ ਜੋਗਾ ਰਹਿੰਦਾ ਹੀ ਨਹੀਂ। ਜਿਹੜਾ ਫੈਕਟਰੀਆਂ ਦਾ ਮਾਲਕ ਸੀ, ਕੱਲ੍ਹ ਨੂੰ ਇਹੋ ਜਿਹਾ ਕੋਈ ਬੱਚਾ ਪੈਦਾ ਹੋਇਆ, ਉਹ ਮੁੜ ਕੇ ਜਾਇਦਾਦ ਰਹੀ ਨਹੀਂ। ਜਿਹਨੂੰ ਧਰਮੀ ਹੋਣ ਦਾ ਹੰਕਾਰ ਹੋ ਗਿਆ ਨਾ, ਵੀ ਮੈਂ ਜੋ ਰੱਬ ਬਾਰੇ ਜਾਣਦਾ, ਜੋ ਮੈਨੂੰ ਗੁਰਮਤ ਬਾਰੇ ਪਤਾ, ਕਿਸੇ ਹੋਰ ਨੂੰ ਨਹੀਂ ਪਤਾ, ਉਹ ਦਵਾਈ ਰੱਬ ਦੀ ਹੈ। ਅਤੇ ਫੱਟੇ 'ਤੇ ਲੰਮੇ ਪੈਣ ਤੱਕ ਨਾਲ ਜਾਣਾ। ਸਿਰ ਝੁਕਦਾ ਗਿਆਨੀ ਦਿੱਤ ਸਿੰਘ ਹੋਣਾ 'ਤੇ, ਪ੍ਰੋਫੈਸਰ ਗੁਰਮੁਖ ਸਿੰਘ ਹੋਣਾ 'ਤੇ। ਕਿੱਡੀਆਂ ਵੱਡੀਆਂ ਉਹ ਤੁਰਦੀਆਂ ਫਿਰਦੀਆਂ ਯੂਨੀਵਰਸਿਟੀਆਂ ਸੀ ਪ੍ਰੋਫੈਸਰ ਗੁਰਮੁਖ ਸਿੰਘ ਹੋਣੀ। ਗਿਆਨੀ ਦਿੱਤ ਸਿੰਘ ਦਾ ਦਇਆਨੰਦ ਨਾਲ ਸੰਵਾਦ ਕੀ ਸੀ ਭਲਾ? ਇਹੋ ਸੀ, ਉਹ ਤਾਂ ਤੇਰੇ ਨਾਲ ਸਾਡੀ ਵਿਚਾਰਧਾਰਾ ਨਹੀਂ ਰਲਦੀ। ਕਦੀ ਉਹਨਾਂ ਦਾ ਸਭ ਤੋਂ ਮੋਹਰੀ ਹੋ ਕੇ ਪ੍ਰਚਾਰ ਦਾ ਕੰਮ ਕਰਨ ਵਾਲੇ ਗਿਆਨੀ ਦਿੱਤ ਸਿੰਘ ਇੱਦਾਂ ਅੱਖਾਂ 'ਚ ਅੱਖਾਂ ਪਾ ਕੇ 3 ਵਾਰ ਵਿਚਾਰ ਗੋਸ਼ਟੀ ਕੀਤੀ ਪੰਜਾਬ ਦੀ ਧਰਤੀ 'ਤੇ। ਵੱਡੇ ਇਕੱਠਾਂ ਵਿੱਚ 3 ਵਾਰ ਗੋਠਣੀਆਂ ਲਵਾਈਆਂ। ਕਿਉਂ? ਕਹਿੰਦਾ ਤੇਰੇ ਨਾਲ ਸਾਡੀ ਵਿਚਾਰਧਾਰਾ ਦਾ ਟਕਰਾਅ ਹੈ। ਤੇਰੀ ਮਨੌਤ ਰੱਬ ਪ੍ਰਤੀ ਹੋਰ ਹੈ, ਸਾਡੀ ਮਨੌਤ ਹੋਰ ਹੈ, ਤੂੰ ਮੰਨੀ ਜਾ, ਸਾਡਾ ਮੰਨਣਾ ਹੋਰ ਹੈ। 3 ਵਾਰ ਸਵਾਲ। ਦੁੱਖ ਦੀ ਗੱਲ ਇਹ ਹੈ ਵੀ ਜਿਨ੍ਹਾਂ ਦੀਆਂ ਗੋਠਣੀਆਂ ਲਵਾਈਆਂ ਉਹਨਾਂ ਦੇ ਨਾਂ 'ਤੇ ਹੌਸਪੀਟਲ, ਯੂਨੀਵਰਸਿਟੀਆਂ, ਜਿਹਨੇ ਐਡਾ ਵੱਡਾ ਕੰਮ ਕੀਤਾ, ਉਹਦਾ ਨਾਂ ਸਾਡਿਆਂ ਬੱਚਿਆਂ ਨੂੰ ਨਹੀਂ ਪਤਾ ਕਿਉਂ? ਅਗਲਿਆਂ ਨੇ ਬਾਬਿਆਂ ਦੇ ਮੰਤਰ ਸਾਡੇ ਕੰਨਾਂ 'ਚ ਦੇ ਛੱਡੇ। ਮਾਰੋ ਧਿਆਨ ਆਪੋ ਆਪਣੇ। ਤੁਸੀਂ ਜਿੰਨੇ ਵੀ ਸੁਣਨ ਵਾਲੇ ਘਰਾਂ 'ਚ ਬੈਠੇ ਹੋ, ਗੁਰਦੁਆਰਿਆਂ 'ਚ ਸਾਧਾਂ ਦੀਆਂ ਬਰਸੀਆਂ ਮਨਾਈਆਂ ਜਾ ਰਹੀਆਂ। ਕੋਈ ਟਾਵਾਂ ਥਾਂ ਹੋਏਗਾ ਜਿੱਥੇ ਕਦੀ ਪ੍ਰੋਫੈਸਰ ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਦੀ ਯਾਦ 'ਚ ਕੋਈ ਸਮਾਗਮ ਕੀਤਾ ਹੋਊਗਾ। ਮੈਂ ਤਾਂ ਪਿਛਲੇ ਦਿਨ ਸਾਹਿਬਜ਼ਾਦਿਆਂ ਬਾਰੇ ਅਕਸਰ ਗੱਲ ਕਰਦਾ ਹਾਂ ਵੀ ਪੰਜਾਬ ਦਾ ਕੋਈ ਡੇਰਾ ਵਿਖਾ ਦਿਓ ਜਿੱਥੇ ਕਦੀ ਭਾਈ ਤਾਰੂ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਸਾਹਿਬਜ਼ਾਦੇ ਇਹਨਾਂ ਦਾ ਨਾਂ ਲੈ ਕਦੀ ਕੋਈ ਸਮਾਗਮ ਕੀਤਾ ਹੋ ਗਿਆ ਹੋਵੇ। ਕਿਉਂਕਿ ਅਗਲਿਆਂ ਨੇ ਤਾਂ ਆਪਣੇ ਬਾਬਿਆਂ ਤੋਂ ਬਿਨਾਂ ਦੂਜੇ ਦਾ ਨਾਂ ਲਿਆ ਹੀ ਨਹੀਂ। ਬਾਬਿਆਂ ਦੀਆਂ ਬਰਸੀਆਂ ਤੋਂ ਬਿਨਾਂ ਦੂਜਾ ਨਾਂ ਹੀ ਨਹੀਂ। ਇੱਥੇ ਤੇ ਕਿਸੇ ਸਾਧ ਦੇ ਮਰਨ 'ਤੇ ਰੋਂਦੇ ਵੀ ਰਹੇ ਜਵਾਕ ਜੇ ਸਾਧ ਇੱਥੇ ਦੁਨੀਆ 'ਤੇ ਰੋਂਦੇ ਰਹੇ, ਇੱਦਾਂ ਰੋਂਦੇ ਰਹੇ ਵੀ ਜਿਵੇਂ ਹਾਏ ਮੈਨੂੰ ਬੜਾ ਹੇਜ ਆ। ਇੱਦਾਂ ਮਾਫ਼ ਕਰਨਾ, ਅਜੇ ਵੀ ਰੋਂਦੇ ਨੇ। ਐਸਾ ਨਹੀਂ ਵੀ ਉਹ ਬਾਹਰੋਂ ਵੇਖਣ ਨੂੰ ਵਿਖਾਵਾ, ਅੰਦਰੋਂ ਅਜੇ ਵੀ ਉੱਦਾਂ ਹੀ ਆ। ਤਾਂ ਗੁਰੂ ਸਾਹਿਬ ਨੇ ਜਿਹੜੀ ਵਿਚਾਰ ਬਖਸ਼ਿਸ਼ ਕੀਤੀ, ਬੜੀ ਨਿੱਘਰ ਅਤੇ ਬੜੀ ਨਿਵੇਕਲੀ ਸੀ। ਵੀ ਜ਼ਿੰਦਗੀ ਜਿਉਣ ਦਾ ਤਰੀਕਾ ਕੀ ਭਾਈ? ਜ਼ਿਆਦਾ ਦੇਰ ਕਿਸੇ ਨੂੰ ਉਲਝਾਇਆ ਨਹੀਂ ਜਾ ਸਕਦਾ। ਅਸਲੀਅਤ ਰਹਿਣੀ ਹੈ। ਸਿਰ ਝੁਕਦਾ ਹੈ ਪ੍ਰੋਫੈਸਰ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ ਹੋਣਾ 'ਤੇ, ਪ੍ਰੋਫੈਸਰ ਸਾਹਿਬ ਸਿੰਘ ਹੋਣਾ 'ਤੇ। ਇਹ ਪ੍ਰੋਫੈਸਰ ਸਾਹਿਬ ਸਿੰਘ ਹੋਣੀ, ਉਹਨਾਂ ਕਦੀ ਇਹਨਾਂ ਵਰਗੀਆਂ ਸ਼ਖਸੀਅਤਾਂ ਤੋਂ ਉਹੀ ਸਮਾਂ ਸੀ ਨਾ ਜਦੋਂ ਸਿੰਘ ਸਭਾ ਲਹਿਰ ਚੱਲਦੀ ਹੈ 1872-73 ਦੇ ਵਿੱਚ, ਜਦੋਂ ਖਾਲਸਾ ਕਾਲਜ ਵਰਗੀਆਂ ਸੰਸਥਾਵਾਂ ਬਣਦੀਆਂ ਨੇ। ਕਿੱਡੇ ਵੱਡੇ ਕੰਮ ਕੀਤੇ। ਜ਼ਿੰਦਗੀ ਜਿਉਣ ਦਾ ਤਰੀਕਾ ਸਿਖਾਇਆ ਸਾਨੂੰ ਭਾਈ। ਪਰ ਹੰਕਾਰ ਨਹੀਂ ਕੀਤਾ। ਜੋ ਅਸੀਂ ਕਿਹਾ ਇਹ ਤੋਂ ਅੱਗੇ ਕੱਖ ਨਹੀਂ ਹੈ। ਉਹ ਕਹਿੰਦੇ ਨਹੀਂ ਭਾਈ, ਕਰਦੇ ਜਾਓ, ਜ਼ਿੰਦਗੀ ਨੂੰ ਸਮਝਦੇ ਜਾਓ, ਜ਼ਿੰਦਗੀ ਖੂਬਸੂਰਤ ਬਣਦੀ ਜਾਏਗੀ ਤੁਹਾਡੀ। ਸੁਣੇ ਪੜ੍ਹ ਪਾਵੇਂ ਮਾਨ। ਅਸਲੀਅਤ ਪਤਾ ਲੱਗ ਗਈ ਕਿ ਜਿਹੜੇ ਪੜ੍ਹ ਕੇ ਸਿਰਫ ਹੰਕਾਰ ਵਿੱਚ ਗ੍ਰਸਤ ਹੋਏ ਪਏ ਨੇ, ਉਹਨਾਂ ਦੀ ਅਸਲੀਅਤ ਸਮਝ ਆ ਗਈ। ਸੁਣੇ ਪੜ੍ਹ ਪਾਵੇਂ ਮਾਨ, ਅਤੇ ਸੁਣੇ ਲਾਗੇ ਸਹਿਜ ਧਿਆਨ। ਜਿਹੜੇ ਇਹ ਦੱਸਦੇ ਸੀ ਨਾ ਵੀ ਸਾਡਾ ਤੇ ਸਹਿਜ ਵਿੱਚ, ਹੁਣ ਅਸੀਂ ਸਹਿਜ ਵਿੱਚ ਆ ਗਏ ਹਾਂ, ਹੁਣ ਸਾਡਾ ਧਿਆਨ ਉਹਦੇ ਨਾਲ ਜੁੜ ਗਿਆ। ਇਹਨਾਂ ਦੀ ਅਸਲੀਅਤ ਸਮਝ ਲੱਗ ਵੀ ਧਿਆਨ ਤੇ ਉਹਨੂੰ ਕੋਈ ਨਹੀਂ ਲੱਗਾ, ਤੇ ਫਾਹੀ ਸੁਰਤ ਮਲੂਕੀ ਵੇਸ ਆ।
ਹੁਣ ਠਗਵਾੜਾ ਠੱਗੀ ਦੇਸ਼। ਗੁਰੂ ਨਾਨਕ ਸਾਹਿਬ ਨੇ ਸ੍ਰੀ ਰਾਗ 'ਚ ਕਿਹਾ ਵੀ ਕਈ ਵਾਰੀ ਨਾ ਇੱਦਾਂ ਅੱਖਾਂ ਬੰਦ ਕਰਕੇ ਨਾ ਬੰਦਾ ਵਿਖਾਵਾ ਕਰਦਾ ਕਿ ਮੇਰੀ ਸੁਰਤ ਜੁੜੀ ਆ। ਅਸਲ 'ਚ ਜੁੜੀ ਸੁਰਤ ਨਹੀਂ ਹੁੰਦੀ, ਉਹ ਸੁਰਤ ਰੱਸੀ ਦਾ ਕੰਮ ਕਰਦੀ ਆ। ਜਿਵੇਂ ਰੱਸੀ ਨਾਲ ਕਿਸੇ ਨੂੰ ਬੰਨ੍ਹ ਨਹੀਂ ਦੇਈਦਾ, ਜਿਵੇਂ ਸੱਪ ਕੁੰਚ ਛੋੜਿਆ ਬਿਖ ਨਹੀਂ ਛੱਡਿਆ। ਭਗਤ ਨਾਮਦੇਵ ਜੀ ਕਹਿੰਦੇ ਸੱਪ ਕੁੰਚ ਛੋੜਿਆ ਬਿਖ ਨਹੀਂ ਸੱਪ ਵੀ ਕੁੰਜ ਹੀ ਲਾਉਂਦਾ। ਕਈਆਂ ਬਾਬੇ ਨੇ ਕਈ ਕੁੰਜਾਂ ਲਾਤੀਆਂ ਪਰ ਅੰਦਰ ਕੰਮ ਉਹੀ ਰੱਖਿਆ। ਆ ਕੁੰਜ ਲਾਉਂਦੇ ਕਈ। ਸੱਪ ਦੀ ਤੁਸੀਂ ਕੁੰਜ ਵੇਖਿਓ, ਸੱਪ ਦੀ ਨਾ ਕੁੰਜ, ਸੱਪ ਦੀ ਸਕਿਨ ਹੁੰਦੀ ਆ। ਉਹ ਇੱਦਾਂ ਜਦੋਂ ਤੁਸੀਂ ਖੇਤਾਂ 'ਚ ਜਾਂਦੇ ਕਦੀ ਕੁੰਜ ਲੱਥੀ ਇੱਦਾਂ ਵੱਟਦੇ ਪਈ, ਆਪਾਂ ਕੁੰਜ ਵੇਖ ਕੇ ਡਰ ਪਤਾ ਤਾਂ ਲੱਗ ਜਾਂਦਾ ਵੀ ਇੱਥੇ ਸੱਪ ਤੁਰਿਆ ਫਿਰਦਾ ਜਿਹੜੀ ਕੁੰਜ ਲੱਥੀ ਆ। ਅਤੇ ਭਗਤ ਨਾਮਦੇਵ ਜੀ ਕਹਿੰਦੇ ਸੱਪ ਦੀ ਕੁੰਜ ਲੱਥੀ ਵੇਖ ਕੇ ਨਾ ਕਿਤੇ ਸੱਪ ਦੇ ਕੋਲ ਨਾ ਚੱਲ ਜੀ, ਡੰਗ ਉੱਦਾਂ ਹੀ ਮਾਰਦਾ ਜੀ ਕੁੰਜ ਲੱਥੀ ਵੇਖ ਕੇ। ਕਈ ਕੁੰਜ ਲਾਉਂਦੇ ਆ ਨਾ, ਕਈ ਤੁਹਾਨੂੰ ਸ਼ਰਧਾਲੂ ਇੱਦਾਂ ਦੇ ਮਿਲਦੇ ਆ, ਉਹ ਪਹਿਲਾਂ ਇਸ ਬਾਬੇ ਨੂੰ ਮੰਨਦੇ ਸੀ, ਉਹ ਕੁੰਜ ਲਾਤੀ, ਦੂਜੀ ਕੁੰਜ ਪਾ ਲਈ, ਹੋਰ ਬਾਬੇ ਨੂੰ ਮੰਨਣ ਲੱਗ ਪਏ। ਅੱਛਾ, ਕਈ ਤਾਂ ਸ਼ਰਧਾਲੂ ਕੁੰਜਾਂ ਬਦਲਦੇ, ਕਈ ਬਾਬੇ ਵੀ ਕੁੰਜਾਂ ਬਦਲਦੇ ਆ। ਕਈ ਸਟੂਡੈਂਟ ਕੁੰਜ ਬਦਲਦੇ ਆ, ਕਈ ਟੀਚਰ ਵੀ ਕੁੰਜ ਬਦਲਦੇ ਆ। ਪਹਿਲਾਂ ਫਲਾਣੀ ਕੁੰਜ ਬਦਲਦੇ ਸੀ, ਪਹਿਲਾਂ ਫਲਾਣੇ ਤਰ੍ਹਾਂ ਦਾ ਪਹਿਰਾਵਾ, ਮੁੜ ਕੇ ਦੂਜੇ ਤਰ੍ਹਾਂ ਦਾ ਪਹਿਰਾਵਾ, ਤਾਂ ਕਿ ਲੋਕਾਂ ਨੂੰ ਭਰਮਾਇਆ ਜਾ ਸਕੇ ਕਿ ਪਰ ਭਗਤ ਨਾਮਦੇਵ ਜੀ ਕਹਿੰਦੇ ਸਾਪ ਕੁੰਜ ਛੋਡਾ ਬਿਖ ਨਹੀਂ ਛੱਡਾ। ਸੱਪ ਕੁੰਜ ਲਾਉਂਦਾ ਪਰ ਯਾਰ ਨਹੀਂ ਛੱਡਦਾ। ਉਦਕ ਮਾਹੇ ਜੈਸੇ ਬੱਗ ਧਿਆਨ ਮੰਡ ਹੈ। ਉਦਕ ਜਿਵੇਂ ਪਾਣੀ ਦੇ ਵਿੱਚ ਬਗਲਾ ਨਹੀਂ ਸਮਾਧੀ ਲਾਉਂਦਾ। ਕਾਹੇ ਕੋ ਕੀਜੇ ਧਿਆਨ ਜਪੰਨਾ। ਭਗਤ ਨਾਮਦੇਵ ਕੀ ਪਖੰਡ ਕਰਦਾ ਬਈ। ਕਾਹੇ ਕੋ ਕੀਜੇ ਧਿਆਨ ਜਪੰਨਾ, ਕਿਉਂ ਨਾਟਕ ਕਰਦਾ ਕਿ ਮੇਰੇ ਵਰਗਾ ਧਰਮੀ ਕੋਈ ਨਹੀਂ। ਜਬ ਤੇ ਸ਼ੁੱਧ ਨਹੀਂ ਮਨੇ ਆਪਣਾ, ਸਿੰਘ 'ਚ ਭੋਜਨ ਜੋ ਨਰ ਜਾਣੈ। ਸਿੰਘ 'ਚ ਦਾ ਅਰਥ ਸ਼ੇਰ। ਜਿਵੇਂ ਸ਼ੇਰ ਦੇ ਕੋਲ ਖੁਸ਼ੀ ਨਾਲ ਕੋਈ ਜਾਨਵਰ ਨਹੀਂ ਆਉਂਦਾ, ਉਹ ਧੱਕੇ ਨਾਲ ਖਾਂਦਾ ਜਾ ਕੇ। ਇੱਦਾਂ ਹੀ ਬੰਦਿਆ ਸਿੰਘ 'ਚ ਭੋਜਨ, ਜਿਹੜੇ ਨਿਰਦਈ ਜ਼ੁਲਮ ਕਰਦੇ ਆ। ਅਤੇ ਜ਼ੁਲਮ ਕਰਨ ਦਾ ਅਰਥ ਇਹ ਵੀ ਕਦੀ ਕੰਨ ਪੱਟੀ ਜਾਂ ਕੰਨ 'ਤੇ ਰੱਖਣੀ, ਇਹੋ ਹੀ ਜ਼ੁਲਮ ਕਰਨ ਦਾ। ਬੜੇ ਤਰੀਕੇ ਹੁੰਦੇ ਨੇ। ਸਿੰਘ 'ਚ ਭੋਜਨ ਜੋ ਨਰ ਜਾਣੈ, ਐਸੇ ਹੀ ਠੱਗ ਦਿਓ ਬਖਾਨੇ। ਨਾਮੇ ਕੇ ਸਵਾਮੀ ਲਾਏ ਲੈ ਝਗੜਾ। ਨਾਮਦੇਵ ਦੇ ਸਵਾਮੀ ਨੇ ਉਹਨੂੰ ਝਗੜਾ ਨਿਬੇੜਤਾ। ਰਾਮ ਰਸਾਇਣ ਪੀਓ ਰੇ ਦਗਰਾ। ਕਹਿੰਦਾ ਰਾਮ ਦਾ ਰਸ ਪੀ। ਦਗਰਾ ਦਾ ਅਰਥ ਆ ਪੱਥਰ ਦਿਲ ਬੰਦੇ। ਰਾਮ ਰਸਾਇਣ ਪੀਓ ਰੇ ਦਗਰਾ। ਉਹ ਜਿਹੜੇ ਵੱਡੇ ਵੱਡੇ ਆਂਦੇ ਲਾਗੇ ਸਹਿਜ ਧਿਆਨ, ਉਹਨਾਂ ਦੀ ਅਸਲੀਅਤ ਸਮਝ ਲੱਗ ਗਈ। ਹੁਣ ਪਤਾ ਲੱਗ ਗਿਆ ਨਾਟਕ ਕਰਦੇ ਸੀ। ਸੁਣਿਆ ਪੜ੍ਹ ਪਾਵੇਂ ਮਾਨ, ਸੁਣੇ ਲੱਗ ਗਏ ਸਹਿਜ ਧਿਆਨ। ਜਿਹੜੇ ਕਿਤੇ ਸਹਿਜ ਨਾਲ ਧਿਆਨ ਲੱਗ ਗਿਆ ਸਾਡਾ, ਉਹਨਾਂ ਦੀ ਅਸਲੀਅਤ ਸਮਝ ਲੱਗ ਗਈ ਵੀ ਇਹ ਸਭ ਪਖੰਡ ਸੀ। ਇਹ ਸਿਰਫ ਜਿਹੜੇ ਕਹਿੰਦੇ ਸੀ ਨਾ ਕਿ ਸਾਡੀ ਸਮਾਧੀ ਲੱਗੀ ਹੈ, ਪਤਾ ਲੱਗ ਗਿਆ ਹੁਣ। ਕਾਲ ਨਾਹੀਂ ਜੋਗ ਨਾਹੀਂ, ਨਾਹੀਂ ਸੱਤ ਕਾ ਟੱਬ। ਥਾਂ ਨਸ਼ਟ ਜਗ ਭ੍ਰਿਸ਼ਟ ਹੋਇਆ, ਡੂਬ ਤਾਇਮ ਜਗ। ਕਲ ਮੈਂ ਰਾਮ ਨਾਮ ਸਾਰ, ਅੱਖੀਂ ਤਾਂ ਮੀਟੇ ਨਾਗ ਪਕੜੈ। ਕਾਹਦੇ ਲਈ ਮਹਾਰਾਜ? ਕਹਿੰਦੇ ਠੱਗਣ ਕੋ ਸੰਸਾਰ। ਲੁੱਟਣ ਦਾ ਤਰੀਕਾ, ਪਿੱਛੇ ਲਾਉਣ ਦਾ ਤਰੀਕਾ ਕੋਈ ਵੀ ਹੋ ਸਕਦਾ। ਠੱਗਣ ਕੋ ਸੰਸਾਰ, ਆਂਟ ਸੇਤੀ ਨਾਗ ਪਕੜੇ। ਆਂਟ ਕਹਿੰਦੇ ਨੇ ਅੰਗੂਠੇ ਦੇ ਨਾਲ ਦੀ ਉਂਗਲ। ਕਹਿੰਦੇ ਆਂਟ ਸੇਤੀ ਨਾਗ ਪਕੜੇ, ਸੂਝ ਤੇ ਤਿੰਨ ਲੋ। ਇੱਦਾਂ ਘੁੱਟ ਕੇ ਨੱਕ ਫੜਨਾ, ਕਹਿਣਾ ਮੈਨੂੰ ਤਿੰਨਾਂ ਲੋਕਾਂ ਦਾ ਚਾਨਣ ਹੋ ਗਿਆ। ਅਤੇ ਮਗਰ ਪਾਸੇ ਕਾਸ਼ ਨਾ ਸੂਝੇ। ਉਹ ਗੱਲ ਤਾਂ ਭਾਵੇਂ ਕਰ ਜੂਗੀ ਪਾਂਡੇ ਦੀ ਵੀ, ਉਹਦੇ ਸਾਹਮਣੇ ਪਿਆ ਗੜਵਾ, ਜਾ ਕੇ ਪਿੱਛੇ ਝਾੜੀ 'ਚ ਲੁਕੋਤਾ। ਗੜਵੇ ਦਾ ਨਹੀਂ ਪਤਾ ਲੱਗਾ ਉਹਨੂੰ ਵੀ ਚੁੱਕ ਕੇ ਝਾੜੀ 'ਚ ਪਿੱਛੇ ਕੋ ਰੱਖ ਆਇਆ, ਅਤੇ ਕਹਿੰਦਾ ਸੀ ਤਿੰਨਾਂ ਲੋਕਾਂ ਦਾ ਮੈਨੂੰ ਚਾਨਣ ਹੋ ਗਿਆ। ਇੱਦਾਂ ਦੇ ਬੜੇ ਪਖੰਡੀ ਦੁਨੀਆ 'ਤੇ ਆ, ਜਿਹੜੇ ਅੱਜ ਵੀ ਤਿੰਨਾਂ ਲੋਕਾਂ ਦਾ ਚਾਨਣ ਕਰਨ ਦਾ ਦਾਅਵਾ ਕਰਦੇ ਹੋ। ਉਹ ਜਿਵੇਂ ਆਉਂਦੀ ਹੈ ਨਾ ਕਹਾਣੀ ਵੀ ਕਿਸੇ ਬੀਬੀ ਦੀ ਘੋੜੀ ਗਵਾਚ ਗਈ। ਬਾਬਾ ਜੀ ਉਹਨੂੰ ਪੁਰਾਣੇ ਸਮੇਂ 'ਚ ਹੁੰਦਾ ਸੀ ਕਿਸੇ ਦੀਆਂ ਚਾਬੀਆਂ ਗਵਾਚਣੀਆਂ, ਕਿਤੇ ਚਾਬੀ ਬੀਬੀ ਆਪੇ ਵਿਚਾਰੀ ਕਿਤੇ ਰੱਖ ਬੈਂਦੀ ਸੀ। ਮੁੜ ਕੇ ਪਿੰਡ 'ਚ ਪੁੱਛਣ ਵਾਲੇ ਬਾਬੇ ਕੋਲ ਚੱਲ ਜਾਣਾ, ਉਹਨੇ 2 ਰੁਪਈਏ ਲੈਣੇ ਅਤੇ ਉਹਨੇ ਦੱਸ ਦੇਣਾ। ਟੇਵੇ ਲਾਉਣੇ, ਘਰ 'ਚ ਹੀ ਕਿਤੇ ਨਾ ਕਿਤੇ ਲੱਭ ਲੁੱਭ ਜਾਣੀ, ਉਹਨੂੰ 2 ਰੁਪਈਏ ਦੇ ਆਉਣੇ। ਇੱਦਾਂ ਬੀਬੀ ਵਿਚਾਰੀ ਦੀ ਕਿਤੇ ਘੋੜੀ ਗਵਾਚ ਗਈ। ਉਹਨੂੰ ਕਿਸੇ ਨੇ ਦੱਸਿਆ ਜੀ ਫਲਾਣੇ ਪਿੰਡ ਬਾਬਾ, ਅਤੇ ਪੁੱਛਣਾ, ਉਹਨੂੰ ਕੋਈ ਪੁੱਛੇ ਤਾਂ ਦੱਸ ਦਿੰਦਾ ਘੋੜੀ ਕਿੱਥੇ ਆ। ਉਹ ਬੀਬੀ ਗਈ ਅਤੇ ਬੀਬੀ ਜਾ ਕੇ ਕਹਿੰਦੀ ਬਾਬਾ ਜੀ ਵੀ ਮੇਰੀ ਘੋੜੀ ਗਵਾਚ ਗਈ। ਬਾਬੇ ਨੇ ਇੱਦਾਂ ਅੱਖਾਂ ਬੰਦ ਕੀਤੀਆਂ, ਕਹਿੰਦਾ ਬੀਬੀ ਚੌਥੇ ਪਿੰਡ ਤੇਰੀ ਘੋੜੀ ਚੁਗ ਰਹੀ ਆ, ਅਤੇ 2 ਦਿਨਾਂ ਬਾਅਦ ਤੈਨੂੰ ਘੋੜੀ ਤੇਰੀ ਮਿਲ ਜਾਣੀ ਆ। ਉਹ ਫਿਰ ਬੀਬੀ ਜੀ ਬਾਬਾ ਜੀ ਕੀ ਕਰ ਰਹੀ ਘੋੜੀ ਮੇਰੀ? ਚੌਥੇ ਪਿੰਡ ਤੇਰੀ ਘੋੜੀ ਬੀਬਾ ਜੀ ਚੁਗ ਰਹੀ ਆ, ਖੇਤਾਂ 'ਚ ਇੱਦਾਂ ਪੱਠੇ ਖਾ ਰਹੀ ਆ, ਕੋਈ ਚੋਰੀ ਕਰਕੇ ਲੈ ਗਿਆ। ਉਹ 2-3 ਦਿਨਾਂ ਬਾਅਦ ਤੈਨੂੰ ਮਿਲ ਜਾਣੀ ਆ। ਬੀਬੀ ਨੇ ਮਾਰਿਆ ਮੱਥੇ ਨੂੰ ਹੱਥ, ਕਹਿੰਦੀ ਜਾ ਬਾਬਾ ਤੇਰਾ ਬੇੜਾ ਗਰਕ ਹੋ ਜੇ, ਮੇਰੀ ਤਾਂ ਸੇਵੀਆਂ ਵੱਟਣ ਵਾਲੀ ਘੋੜੀ ਗਵਾਚੀ ਆ। ਉਹ ਜਿਹੜੀ ਘੋੜੀ 'ਤੇ ਸਵਾਰੀ ਕਰੀਦੀ ਆ, ਸਫ਼ਰ ਕਰੀਦਾ, ਉਹ ਘੋੜੀ ਥੋੜ੍ਹਾ ਗਵਾਚੀ, ਮੇਰੀ ਤਾਂ ਸੇਵੀਆਂ ਵਾਲੀ ਘੋੜੀ ਗਵਾਚੀ। ਹੁਣ ਬਾਬਾ ਅੰਤਰਜਾਮੀ ਕਾਹਦਾ ਸੀ, ਮਜ਼ਾ ਤਾਂ ਹੀ ਦੱਸਦਾ ਉਹਨੂੰ। ਇੱਦਾਂ ਦੇ ਬਾਬੇ ਵੀ ਹੈਗੇ ਆ ਜਿਨ੍ਹਾਂ ਦਾ ਦਾਅ ਲੱਗਦਾ ਲਾਈ ਗਏ, ਪਰ ਹੁਣ ਜ਼ਿਆਦਾ ਚਿਰ ਨਹੀਂ ਲੱਗਣਾ। ਸੱਚ ਹੈ, ਦੁਨੀਆ ਜਾਗ ਰਹੀ ਹੈ, ਸਮਝ ਰਹੀ ਹੈ ਭਾਈ।
ਆਓ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਈਏ, ਜ਼ਿੰਦਗੀ ਨੂੰ ਵਧੀਆ ਬਣਾਈਏ, ਜ਼ਿੰਦਗੀ ਨੂੰ ਚੰਗਾ ਜਿਉਣ ਵਾਸਤੇ ਗੁਰਮਤਿ ਦੀ ਗੋਦ ਵਿੱਚ ਬੈਠਣ ਦਾ ਯਤਨ ਕਰੀਏ। ਆਪਣੇ ਘਰਾਂ 'ਚ ਬਾਣੀ ਦਾ ਆਪ ਪਾਠ ਕਰੋ, ਸਹਿਜ ਪਾਠ ਕਰੋ, ਮੁਹਤਾਜ ਨਾ ਹੋ ਕਿਸੇ ਦੇ। ਸੱਚ ਹੈ, ਆਪ ਆਪਣਾ ਜੀਵਨ ਸਵਾਰੋ, ਬਾਣੀ ਪੜ੍ਹੋ। ਸੁਣੇ ਪੜ੍ਹ ਪੜ੍ਹ ਪਾਵੇਂ ਮਾਨ, ਸੁਣੇ ਲਾਗੈ ਸਹਿਜ ਧਿਆਨ। ਜਿਹੜੇ ਦਾਅਵਾ ਕਰਦੇ ਨੇ ਸਾਡਾ ਧਿਆਨ ਜੁੜਿਆ, ਇੱਦਾਂ ਸੁਰਤ ਜੁੜੀ ਰਹਿੰਦੀ ਸਾਡੀ, ਇੱਦਾਂ ਸਹਿਜ ਜਿਹੜਾ ਮਿੰਟ 'ਚ ਮਾੜਾ ਜਿਹਾ ਕੋਈ ਸਹਿਜ ਪਰਖਣ ਦਾ, ਇੱਦਾਂ ਜਿਵੇਂ ਸ਼ਾਂਤੀ ਰਾਮ ਸੀ ਨਹੀਂ, ਇੱਕ ਗੁਰੂ ਹਰਗੋਬਿੰਦ ਪਾਤਸ਼ਾਹ ਵੇਲੇ ਕਹਿੰਦਾ ਸ਼ਾਂਤੀ ਰਾਮ ਦਾ ਮਾੜੀ ਜਿਹੀ ਉਂਗਲ ਲਾਈ ਮਹਾਰਾਜ, ਜਦੋਂ ਸਿਪਾਹੀ ਸੁਸਰਾ ਉਂਗਲ ਲਾ ਕੇ ਮੂੰਹ 'ਚ ਪਾ ਲੈਂਦਾ ਸੀ, ਤੂੰ ਕਹਿੰਦਾ ਮਹਾਰਾਜ ਮੈਨੂੰ ਛੇੜਦਾ, ਮੈਨੂੰ ਇਹਦਾ ਹੱਥ ਲਾ ਕੇ ਨਾ ਫਿਰ ਮੂੰਹ 'ਚ ਉਂਗਲ ਕਿਉਂ ਪਾਉਂਦਾ। ਅਤੇ ਉਹ ਭਾਈ ਸੁਥਰਾ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਆਪੇ ਤਾਂ ਕਹਿੰਦਾ ਵੀ ਮੈਂ ਸ਼ਾਂਤੀ ਰਾਮ, ਮੈਂ ਵੇਖਣਾ ਚਾਹੁੰਦਾ ਵੀ ਸ਼ਾਂਤੀ ਕਿੰਨੀ ਗਾ। ਇੱਦਾਂ ਦੇ ਵੀ ਕਈ ਸ਼ਾਂਤੀ ਰਹੇ ਸਹਿਜ ਦੀਆਂ ਗੱਲਾਂ ਕਰਦੇ, ਕੋਈ ਮਾੜੀ ਜਿਹੀ ਗੱਲ ਕਰੇ ਅੱਗ ਬਬੂਲੇ ਹੋ ਜਾਂਦੇ ਆ। ਆਓ ਭਾਈ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਈਏ। ਸੁਣੇ ਪੜ੍ਹ ਪੜ੍ਹ ਪਾਵੇਂ ਮਾਨ, ਸੁਣੇ ਲਾਗੇ ਸਹਿਜ ਧਿਆਨ, ਅਤੇ ਨਾਨਕ ਭਗਤਾਂ ਸਦਾ ਵਿਗਾਸ। ਜ਼ਿੰਦਗੀ 'ਚ ਖੇੜਾ ਖੁਸ਼ੀ ਬਰਕਰਾਰ ਰਹੇਗਾ। ਕਦੋਂ? ਸੁਣਿਆ ਦੁੱਖ ਪਾਪ ਕਾ ਨਾਸ। ਜਦੋਂ ਮੈਂ ਗੱਲ ਨੂੰ ਸਮਝ ਲਿਆ, ਦੁੱਖਾਂ ਅਤੇ ਪਾਪਾਂ ਦਾ ਇਹ ਮਾੜੀ ਸੋਚ ਨਾਸ਼ ਹੋ ਗਈ ਅਤੇ ਜ਼ਿੰਦਗੀ ਵਧੀਆ ਬਣ ਗਈ। ਇਹ ਜਿਹੜੀ ਆਪਾਂ 10 ਨੰਬਰ ਪੌੜੀ ਦੀ ਵਿਚਾਰ ਕੀਤੀ ਹੈ, ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ। ਸੁਣਿਆ ਸੱਤ ਸੰਤੋਖ ਗਿਆਨ। ਸੱਤ ਸੰਤੋਖ ਗਿਆਨ, ਇਹਨਾਂ ਵਿਸ਼ਿਆਂ ਦੀ ਅਸਲੀਅਤ ਸਮਝ ਲੱਗ ਗਈ, ਪਤਾ ਲੱਗ ਗਈ ਵੀ ਸੱਤ ਸੰਤੋਖ ਕੀ ਆ, ਸੱਤ ਕੀ ਆ, ਸੰਤੋਖ ਕੀ ਆ। ਇਹ ਗੁਣ ਜਿੱਥੇ ਪ੍ਰਗਟ ਹੋ ਗਏ ਆ, ਹੁਣ ਇਹਨਾਂ ਗੁਣਾਂ ਦੀ ਮੈਂ ਵਰਤੋਂ ਕਿੱਦਾਂ ਕਰਨੀ ਹੈ। ਸੁਣਿਆ ਸੱਤ ਸੰਤੋਖ ਗਿਆਨ, ਸੁਣਿਆ 68 ਕਾ ਇਸ਼ਨਾਨ, ਮੈਨੂੰ 68 ਤੀਰਥਾਂ ਦੀ ਅਸਲੀਅਤ ਦਾ ਪਤਾ ਲੱਗ ਗਿਆ। ਸੁਣਿਆ ਪੜ੍ਹ ਪੜ੍ਹ ਪਾਵੇਂ ਮਾਨ, ਅਤੇ ਸੁਣਿਆ ਲੱਗ ਗਿਆ ਸਹਿਜ ਧਿਆਨ। ਮੈਨੂੰ ਹੁਣ ਅਸਲੀਅਤ ਮੈਨੂੰ ਸਮਝ ਲੱਗ ਗਈ ਆ। ਮੈਂ ਇਕੱਲੀ ਸੁਣਿਆ ਨਹੀਂ, ਸੁਣ ਕੇ ਉਸ ਚੀਜ਼ ਦੇ ਉੱਤੇ ਮੰਥਨ ਕੀਤਾ, ਗੁਣਿਆ ਹੈ, ਵਿਚਾਰਿਆ ਹੈ, ਅਸਲੀਅਤ। ਅਤੇ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਅਗਲੀ 11 ਨੰਬਰ ਪੌੜੀ ਜਿਹੜੀ, ਉਹ ਵੀ ਇਸੇ ਨਾਲ ਹੀ ਸੰਬੰਧਿਤ ਹੈ, ਕਿਉਂਕਿ ਆਪਾਂ ਪਹਿਲਾਂ ਗੱਲ ਕਰ ਚੁੱਕੇ ਵੀ 8, 9, 10 ਅਤੇ 11 ਇਹ 4 ਪੌੜੀਆਂ ਦੀਆਂ ਜਿਹੜੀਆਂ ਅਖੀਰਲੀਆਂ ਪੰਕਤੀਆਂ ਨੇ, ਇਹ ਸੇਮ ਹੀ ਨੇ ਵੀ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਆਓ ਆਪਣੇ ਘਰਾਂ 'ਚ ਖੇੜਾ ਖੁਸ਼ੀ ਲਿਆਉਣ ਲਈ ਚੰਗੇ ਕੰਮ ਕਰਨ ਦੀ ਆਦਤ ਪਾਈਏ। ਸਾਧ ਸੰਗਤ ਜੀ, ਗੁਰਬਾਣੀ ਆਪ ਪੜ੍ਹੀਏ, ਸੁਰਤ ਆਪਣੀ ਉੱਚਾ ਚੁੱਕਣ ਦਾ ਯਤਨ ਕਰੀਏ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਅਦਬ ਸਤਿਕਾਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ